स्टेट लाइन ट्रक एंड ट्रेलर वर्जीनिया स्टेट लाइन ते लैके आए ने ट्रक एंड ट्रेलर रिपेयर शॉप इंटरस्टेट 81 दे एग्जिट 323 ऑपोजिट फ्लाइंग जे ट्रक शॉप जिथे ट्रकों की हर तरह की तसल्ली बख्श मुरम्मत की जाती है। इस दे नाल ही पार्किंग ते ऑफिस स्पेस भी है उपलब्ध। पूरी रात हफ्तावार या महीनावार पार्किंग अते ट्रक रिपेयर लई जरूर आओ। वधेरे जानकारी लई संपर्क करो 6812600050। ਸ਼ਮਾਦਾਨ ਰੇਡੀਓ ਪੰਜਾਬ ਟੁਡੇ ਸੁਣਨ ਵਾਲੇ तमाम ਸਰੋਤਿਆਂ ਨੂੰ ਮੇਰੇ ਵੱਲੋਂ ਸਦਾ ਬਖਤੌਰ ਸਿੰਘ ਢਿੱਲੋਂ ਵੱਲੋਂ ਸ਼ਿਵਿੰਦਰ ਜੀ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਖੁਸ਼ਾਮਦੀਦ। ਅੱਜ ਦੇ ਦਿਨ ਹੈ ਜੀ ਵੀਰਵਾਰ, ਤਰੀਕ ਹੈ 4 ਅਗਸਤ, ਸਮਾਂ ਸ਼ਾਮ ਦੇ 6:30 ਦਾ ਤੇ ਤੁਸੀਂ ਇਸ ਵਕਤ ਸਾਡੇ ਨਾਲ ਰੇਡੀਓ ਪੰਜਾਬ ਟੁਡੇ ਦੇ ਬਠਿੰਡਾ ਸਟੂਡੀਓ ਤੋਂ ਪ੍ਰੋਗਰਾਮ ਸ਼ਮਾਦਾਨ ਦੇ ਜ਼ਰੀਏ ਜੁੜੇ ਹੋਏ ਹੋ। ਇਹ ਪ੍ਰੋਗਰਾਮ ਤੁਹਾਡੇ ਤੱਕ ਸੋਮਵਾਰ ਤੋਂ ਲੈ ਕੇ ਸ਼ੁੱਕਰਵਾਰ ਸ਼ਾਮ ਨੂੰ 6:30 ਦੇ ਉੱਤੇ ਪ੍ਰਸਾਰਿਤ ਕੀਤਾ ਜਾਂਦਾ ਹੈ। ਇਸ ਪ੍ਰੋਗਰਾਮ ਨੂੰ ਸਪਾਂਸਰ ਕੀਤਾ ਜੀ ਸੁਖਵਿੰਦਰ ਸਿੰਘ ਨਿਊਯਾਰਕ ਤੋਂ ਸੰਧੂ ਵੱਲੋਂ ਜੀ, ਪਿੰਡ ਭੈਣੀ ਵੜਿੰਗਾ, ਜ਼ਿਲ੍ਹਾ ਲੁਧਿਆਣਾ ਦੇ ਸਾਡੇ ਲਿਸਨਰਸ ਵੱਲੋਂ, ਤੇ ਪ੍ਰੋਗਰਾਮ ਨੂੰ ਹਮੇਸ਼ਾ ਹੀ ਸਪਾਂਸਰ ਕਰਦੇ ਰਹਿੰਦੇ ਨੇ ਭਾਈ ਜੀ ਬਲਵੀਰ ਸਿੰਘ ਉਸਮਾਨਪੁਰ ਹੋ ਰਹੀ। ਇਸ ਤੋਂ ਪਹਿਲਾਂ ਕਿ ਆਪਾਂ ਅੱਗੇ ਚੱਲੀਏ, ਕੁਛ ਸੁਨੇਹੇ ਨੇ ਜਿਹੜੇ ਸਾਡੇ ਸਪਾਂਸਰਸ ਨੇ ਜੀ ਉਹਨਾਂ ਦੇ, ਤੇ ਇਹਨਾਂ ਦਾ ਬਿਜ਼ਨਸ ਜਿਹੜਾ ਹੈ ਜੀ ਇਹਨੂੰ ਤੁਸੀਂ ਵੀ ਜ਼ਰੂਰ ਪ੍ਰਮੋਟ ਕਰਨਾ। ਮਨਰਾਜ ਸਿੰਘ ਕੰਗ ਹੋਰਾਂ ਦਾ ਵੀ ਮੈਂ ਧੰਨਵਾਦੀ ਹਾਂ ਜੀ, ਵਰਜੀਨੀਆ ਤੋਂ। ਵਾਸ਼ਿੰਗਟਨ ਫਰੇਟ ਸਰਵਿਸ ਜਿਹੜੀ ਸ਼ੈਟਲ ਏਰੀਆ ਦੇ ਵਿੱਚ ਓਨਰ ਆਪਰੇਟਰ ਤੇ ਡਰਾਈਵਰ ਹਾਇਰ ਕਰ ਰਹੀ ਹੈ। ਪੰਜਾਬੀ ਡਿਸਪੈਚ ਕਰਦੇ ਨੇ ਜਗਦੇਵ ਸੰਧੂ ਹੋਰਾਂ ਨਾਲ 2532666924 ਤੇ ਗੁਰਵਿੰਦਰ ਧਾਲੀਵਾਲ ਹੋਰਾਂ ਦੇ ਨਾਲ 2063544060 ਤੇ ਕਾਲ ਕਰ ਸਕਦੇ ਹੋ। ਹੋਮੋਪੈਥੀ ਦੇ ਮਸ਼ਹੂਰ ਡਾਕਟਰ ਹਰਮਿੰਦਰ ਗਿੱਲ ਹੋਰਾਂ ਦੇ ਨਾਲ ਪੁਰਾਣੀ ਤੋਂ ਪੁਰਾਣੀ ਮਰਜ਼ ਦਾ ਇਲਾਜ ਕਰਦੇ ਨੇ। ਅਮਰੀਕਾ ਦੇ ਵਿੱਚ ਜਾਂ ਕੈਨੇਡਾ ਦੇ ਵਿੱਚ ਜਾਂ ਕਿਤੇ ਹੀ ਬੈਠੇ ਹੋ ਤੁਸੀਂ ਇਹਨਾਂ ਨਾਲ 4087377100 ਤੇ ਅਪੁਆਇੰਟਮੈਂਟ ਬਣਾ ਸਕਦੇ ਹੋ। ਪੰਜਾਬੀ ਦੇ ਵਿੱਚ ਸਲਾਹ ਮਸ਼ਵਰਾ ਕਰਦੇ ਨੇ, ਤੁਹਾਡੀ ਦਵਾਈ ਤੁਹਾਡੇ ਘਰੇ ਪੁੱਜਦੀ ਕਰ ਦਿੰਦੇ ਨੇ। ਘਰੇ ਵਿਆਹ ਸ਼ਾਦੀ ਹੈ, ਬੱਚੀ ਦੇ ਲਈ ਗਹਿਣੇ ਬਣਾਉਣੇ ਨੇ, ਭਾਵੇਂ ਉਹ ਕੁੰਦਨ ਦੇ ਹੋਣ ਤੇ ਭਾਵੇਂ ਟਿੱਕਾ, ਰਾਣੀ ਹਾਰ, ਕੜੇ, ਚੂੜੀਆਂ, ਟੌਪਸ ਜਾਂ ਅੰਗੇਜਮੈਂਟ ਰਿੰਗ ਹੋਵੇ, ਮੁੰਡੇ ਲਈ ਕੈਂਠਾ ਹੋਵੇ ਜਾਂ ਜੋੜੀ ਹੋਵੇ ਬੱਚੇ ਦੇ ਲਈ, ਤਾਂ ਤੁਸੀਂ ਏਸੀ ਜੁਐਲਰਸ ਤੇ ਜ਼ਰੂਰ ਇੱਕ ਵਾਰੀ ਗੇੜਾ ਮਾਰ ਕੇ ਆਓ। 2 ਲੋਕੇਸ਼ਨਾਂ ਨੇ, ਇੱਕ ਪਾਇਲ ਬਿਜ਼ਨਸ ਸੈਂਟਰ ਸਰੀ ਤੇ ਦੂਜੀ ਹੈ ਜੀ 25416104 ਐਵੀਨਿਊ ਕੈਂਟ 'ਚ। ਵਿਜੇ ਜੀ ਹੋਰਾਂ ਨਾਲ ਗੱਲਬਾਤ ਕਰ ਲਓ, 8568038877 ਤੇ ਕਾਲ ਕਰ ਸਕਦੇ ਹੋ। ਇਹਨਾਂ ਦਾ ਸੋਨਾ ਪਿਓਰ ਹੈ ਜੀ, ਦੁਬਈ ਤੋਂ ਇੰਪੋਰਟ ਕੀਤਾ ਗਿਆ। ਵਿਆਹ ਸ਼ਾਦੀ ਹੈ ਜਾਂ ਹੋਰ ਖੁਸ਼ੀ ਦਾ, ਗਮੀ ਦਾ, ਕਿਸੇ ਤਰ੍ਹਾਂ ਦਾ ਵੀ ਤੁਸੀਂ ਕੈਟਰਿੰਗ ਕਰਵਾਉਣੀ ਹੈ ਤਾਂ ਫਿਰ ਮੱਖਣ ਨਾਗਰਾ ਹੋਰਾਂ ਦੇ ਨਾਲ ਸਪਾਈਸ ਬਲਿਸ ਇੰਡੀਅਨ ਰੈਸਟੋਰੈਂਟ ਤੇ ਤੋਂ ਮੰਗਵਾ ਸਕਦੇ ਹੋ, ਕੈਟਰਿੰਗ ਕਰਵਾ ਸਕਦੇ ਹੋ ਜਾਂ ਫਿਰ ਡਾਈਨ ਇਨ ਕਰ ਸਕਦੇ ਹੋ, ਮਨਪਸੰਦ ਖਾਣਾ ਖਾ ਸਕਦੇ ਹੋ। 23609104 ਐਵੀਨਿਊ ਕੈਂਟ। ਦੂਜਾ ਇਹਨਾਂ ਦਾ ਪਿਕਅਪ ਜਿਹੜਾ ਜੁਆਇੰਟ ਹੈ ਜੀ, ਲੋਕੇਸ਼ਨ ਹੈ ਡਾਊਨਟਾਊਨ 'ਚ ਹੈ, 1520 ਬਰਾਡਵੇ ਸਿਆਟਲ। ਹਰੇਕ ਔਨਲਾਈਨ ਡਿਲੀਵਰੀ ਐਪ ਤੇ ਅਵੇਲੇਬਲ ਨੇ। 2063531699 ਤੇ ਕਾਲ ਕਰ ਸਕਦੇ ਹੋ। ਮਾਲਵਾ ਟਰੱਕ ਲਾਈਨ ਐਂਡ ਟ੍ਰੇਲਰ ਰਿਪੇਅਰ, ਜਿੱਥੇ ਹਰ ਤਰ੍ਹਾਂ ਦੇ ਰੀਫਰ ਤਾਂ ਤੁਸੀਂ ਰਿਪੇਅਰ ਕਰਵਾਈ ਸਕਦੇ ਹੋ, ਗੈਸ ਭਰਵਾ ਸਕਦੇ ਹੋ, ਜਾਂ ਫਿਰ ਟਰੱਕ ਐਂਡ ਟ੍ਰੇਲਰ ਦੀ ਕਿਸੇ ਤਰ੍ਹਾਂ ਦੀ ਵੀ ਰਿਪੇਅਰ ਹੈ, ਭਾਵੇਂ ਉਹ ਰੀਬਿਲਟ ਹੈ, ਇੰਜਨ ਹੈ, ਟਰਾਂਸਮਿਸ਼ਨ ਹੈ, ਐਕਸਲ ਹੈ, ਆਇਲ ਚੇਂਜ ਹੈ, ਡੈਫ ਕਲੀਨਿੰਗ ਹੈ। 4804372800 ਤੇ ਕਾਲ ਕਰਕੇ ਤੁਸੀਂ ਅਪੁਆਇੰਟਮੈਂਟ ਬਣਾ ਸਕਦੇ ਹੋ। ਲੋਕੇਸ਼ਨ ਹੈ ਜੀ ਹਾਈਵੇ 66 ਐਗਜ਼ਿਟ 43 ਤੇ 10224 ਰੈਜ਼ੀਡੈਂਸੀ ਰੋਡ ਮਨਾਸਸ ਤੇ। ਪੰਜਾਬ ਟਰੱਕ ਐਂਡ ਟ੍ਰੇਲਰ ਰਿਪੇਅਰ, ਇਹਨਾਂ ਦਾ ਇੱਕੋ ਨਿਸ਼ਾਨਾ ਗਰੰਟਿਡ ਐਂਡ ਗ੍ਰੇਟ ਕੁਇਕ ਸਰਵਿਸ। ਇੱਥੇ ਟਰੱਕ ਐਂਡ ਟ੍ਰੇਲਰ ਤੇ ਰੀਫਰ ਦੇ ਤਮਾਮ ਮਕੈਨੀਕਲ ਕੰਮ ਕੀਤੇ ਜਾਂਦੇ ਨੇ। ਆਇਲ ਚੇਂਜ, ਡੈਫ ਕਲੀਨਿੰਗ, DOT ਸੇਫਟੀ, AC ਵਰਕ ਤੇ ਯੂਜ਼ਡ ਤੇ ਬ੍ਰੈਂਡ ਨਿਊ ਟਾਇਰਸ ਵੀ ਮਿਲਦੇ ਨੇ। 1315 ਵੈਸਟਰਨ ਹਨ ਐਵੀਨਿਊ ਇੰਡੀਅਨੈਪੋਲਿਸ। ਪਰਮਜਾ ਜੱਸੀ ਹੋਰਾਂ ਨਾਲ ਤੁਸੀਂ ਕਾਲ ਕਰ ਸਕਦੇ ਹੋ 131797972005 661 204 5818 ਦੇ ਉੱਤੇ ਤੁਸੀਂ ਫੋਨ ਕਾਲ ਕਰ ਸਕਦੇ ਹੋ। ਢਿੱਲੋਂ ਸਾਹਿਬ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਢਿੱਲੋਂ ਸਾਹਿਬ, ਬੜੀ ਚਰਚਾ ਸੀ, ਕਹਿੰਦੇ ਇੱਕ ਪਾਸੇ ਤਾਂ ਚੱਢਾ ਸਾਹਿਬ ਇੱਕ ਵਿਧਾਇਕ ਨੂੰ ਸੱਦ ਕੇ ਮੀਟਿੰਗ ਕਰ ਰਹੇ ਨੇ, ਪਰ ਤਸਵੀਰਾਂ ਸਾਹਮਣੇ ਆਈ ਰਹੀਆਂ ਨੇ ਕਿ ਕਹਿੰਦੇ ਭਗਵੰਤ ਮਾਨ ਹੋਰਾਂ ਨੇ ਸਾਰੇ ਵਿਧਾਇਕਾਂ ਨਾਲ ਹੀ ਮੀਟਿੰਗਾਂ ਕੀਤੀਆਂ ਨੇ। ਕੀ ਇਹਦਾ? ਦੇਖੋ, ਆਮ ਆਦਮੀ ਪਾਰਟੀ ਕੋਲੇ ਕੁੱਲ 92 ਵਿਧਾਇਕ, ਇੱਕ ਮੁੱਖ ਮੰਤਰੀ ਸਾਹਿਬ ਹੋ ਗਏ ਤੇ ਬਾਕੀ ਮੰਤਰੀ ਮੰਡਲ ਦੇ ਮੈਂਬਰ ਹੋ ਗਏ।
ਜਿਹੜੀ ਇਨਫੋਰਮੇਸ਼ਨ ਪੁਣ ਛਣ ਕੇ ਆਈ ਹੈ ਉਹ ਹੈ ਕਿ 77 MLAs ਦੇ ਨਾਲ ਕੱਲ ਸਰਦਾਰ ਭਗਵੰਤ ਸਿੰਘ ਮਾਨ ਦੀ ਮੁਲਾਕਾਤ ਹੋਈ ਹੈ। ਜੀ ਮੁਲਾਕਾਤ ਹੋਈ ਹੈ, ਖਾਸ ਗੱਲ ਨਹੀਂ ਹੁੰਦੀ ਰਹਿੰਦੀ ਹੈ, ਪਹਿਲਾਂ ਵੀ ਮੁਲਾਕਾਤ ਹੁੰਦੀ ਰਹਿੰਦੀ ਹੈ, ਲੇਕਿਨ ਕੱਲ ਵਾਲੀ ਮੁਲਾਕਾਤ ਨੂੰ ਜੇ ਸਮੇਂ ਦੇ ਹਿਸਾਬ ਨਾਲ ਆਪਾਂ ਦੇਖੀਏ ਤਾਂ ਇਹਦੇ ਅਰਥ ਕਈ ਨਿਕਲਦੇ। ਜੀ ਪਾਰਲੀਮੈਂਟ ਦਾ ਸੈਸ਼ਨ ਚੱਲ ਰਿਹਾ ਹੈ। ਆਮ ਆਦਮੀ ਪਾਰਟੀ ਦੇ ਜਿਹੜੇ ਪੰਜਾਬ ਦੇ ਸਹਿ ਇੰਚਾਰਜ ਹੈ, ਜੀ ਕਾਗਜ਼ਾਂ 'ਚੋਂ ਸਹਿ ਇੰਚਾਰਜ ਹੈ, ਅਸਲ ਦੇ ਵਿੱਚ ਉਹ ਇੰਚਾਰਜ ਤੋਂ ਵੀ ਉੱਪਰ ਹੈ, ਕਿਉਂਕਿ ਜਰਨੈਲ ਸਿੰਘ ਹੋਰੀ ਇੰਚਾਰਜ ਹੈ ਤੇ ਜਰਨੈਲ ਸਿੰਘ ਹੋਰਾਂ ਨੂੰ ਤਾਂ ਪਤਾ ਹੀ ਨਹੀਂ ਵੀ ਕੀ ਕਰਨਾ ਕੀ ਨਹੀਂ ਕਰਨਾ। ਵਾਪਰੀ ਜਾਂਦਾ ਹੈ, ਸਭ ਕੁਝ ਉਹਨੇ ਕਰਨਾ, ਉਹਨੇ ਹੀ ਫੈਸਲੇ ਕਰਨੇ ਆ। ਉਸੇ ਦੇ ਕੋਲ ਹੀ ਅਫਸਰ ਆਉਂਦੇ ਹੈ, ਉਸੇ ਦੇ ਕੋਲ ਹੀ ਵੱਡੇ ਵੱਡੇ ਲੀਡਰ ਆਉਂਦੇ ਹੈ। ਬਾਕੀ ਧੰਨਾ ਸੇਠ ਵੀ ਉਹਨਾਂ ਨੂੰ ਸਲਾਮ ਕਰਦੇ ਬਿਲਕੁਲ। ਔਰ 50 ਨੰਬਰ ਕੋਠੀ ਹੈ ਜਿਹਦਾ ਜ਼ਿਕਰ ਵਾਰ-ਵਾਰ ਆਉਂਦਾ ਕਿ 50 ਨੰਬਰ ਕੋਠੀ ਦੇ ਵਿੱਚ ਰੌਣਕਾਂ ਰਹਿੰਦੀਆਂ ਤੇ ਮੁੱਖ ਮੰਤਰੀ ਨਿਵਾਸ ਦੇ ਉੱਤੇ ਥੋੜੀ ਜਿਹੀ ਜਿਹੜੀ ਹੈਗੀ ਹੈ ਉਹ ਚਹਿਲ ਪਹਿਲ ਦੀ ਕਮੀ ਨਜ਼ਰ ਆਉਂਦੀ ਹੈ, ਕਮੀ ਹੁੰਦੀ ਹੈ। ਔਰ ਤੁਸੀਂ ਦੇਖੋ ਪਿਛਲੇ ਦਿਨਾਂ ਦੇ ਵਿੱਚ ਮੁੱਖ ਮੰਤਰੀ ਨਿਵਾਸ ਦੇ ਉੱਤੇ ਇੱਕ ਬੜੀ ਮਹੱਤਵਪੂਰਨ ਫੈਮਿਲੀ ਮਿਲਣ ਵਾਸਤੇ ਆਈ ਸੀ। ਜੀ ਉਹ ਫੈਮਿਲੀ ਸੀ ਸ਼ਹੀਦ ਆਜ਼ਮ ਸਰਦਾਰ ਭਗਤ ਸਿੰਘ ਹੋਰਾਂ ਦੀ ਪਰਿਵਾਰ ਚੋਂ। ਜੀ ਕਿਉਂਕਿ ਸ਼ਹੀਦ ਆਜ਼ਮ ਭਗਤ ਸਿੰਘ ਦੇ ਜਿਹੜੀ ਹੈਗੀ ਹੈ ਭਾਣਜੀ, ਉਹ ਭਾਣਜੀ ਦਾ ਮੇਰਾ ਖਿਆਲ ਹੈ ਵੀ ਕੋਈ ਗਾ ਰਿਸ਼ਤੇਦਾਰ ਸੀ, ਮੁੰਡਾ ਦਿਓਰ ਜਾਂ ਜੇਠ, ਜੀ ਉਹਨੂੰ ਕਾਲੇ ਦੌਰ ਦੇ ਵਿੱਚ ਫੜ ਕੇ ਕਤਲ ਕਰ ਦਿੱਤਾ ਸੀ। ਰੌਲਾ ਪੈ ਗਿਆ ਸੀ, ਉਹ ਕੇਸ ਰਜਿਸਟਰ ਹੋਇਆ। ਕੇਸ ਰਜਿਸਟਰ ਹੋਣ ਤੋਂ ਬਾਅਦ ਕੁਝ ਪੁਲਿਸ ਅਧਿਕਾਰੀਆਂ ਨੂੰ ਸਜ਼ਾ ਵੀ ਹੋ ਗਈ ਸੀ। ਜੀ ਲੇਕਿਨ ਜਿਵੇਂ ਕਿ ਸਿਸਟਮ ਹੁੰਦਾ ਫਿਰ ਬਚਾਇਆ ਗਿਆ, ਸਜ਼ਾ ਮਾਫ ਕੀਤੀ ਗਈ। SPS ਸਮਰਾ ਦੀ ਬਸਰਾ ਦੀ ਉਹ ਮਾਫ ਕੀਤੀ ਗਈ ਔਰ ਉਹ ਪਰਿਵਾਰ ਆਇਆ ਸੀ ਕਿ ਭਗਵੰਤ ਸਿੰਘ ਮਾਨ ਕੋਲ ਜਾ ਕੇ ਆਪਣੀ ਫਰਿਆਦ ਕਰੀਏ। ਹਾਲਾਂਕਿ ਭਗਵੰਤ ਸਿੰਘ ਮਾਨ ਹੋਰੀ ਅਕੀਦਤ ਭੇਟ ਕਰਨ ਜਾਂਦੇ ਹੁੰਦੇ ਆ ਸ਼ਹੀਦ ਆਜ਼ਮ ਭਗਤ ਸਿੰਘ ਹੋਰਾਂ ਨੂੰ। ਜੀ ਜਦੋਂ ਵੀ ਉਹ ਪਾਰਲੀਮੈਂਟ ਵਿਧਾਨ ਸਭਾ ਜਿੱਤਦੇ ਹੈ ਜਾਂਦੇ ਆ ਉੱਥੇ ਜਾ ਕੇ, ਵੈਸੇ ਵੀ ਉਹਨਾਂ ਦੀ ਸ਼ਰਧਾ, ਉਹਨਾਂ ਦੀ ਵਿਚਾਰਧਾਰਾ ਦੇ ਵਿੱਚ ਉਹਨਾਂ ਨੂੰ ਆਪਣਾ ਉਹ ਨਾਇਕ ਮੰਨਦੇ ਆ, ਆਦਰਸ਼ ਮੰਨਦੇ ਆ। ਲੇਕਿਨ ਉੱਥੇ ਜੇ ਭਗਵੰਤ ਸਿੰਘ ਮਾਨ ਨਹੀਂ ਮਿਲ ਸਕੇ ਭਗਤ ਸਿੰਘ ਦੇ ਪਰਿਵਾਰ ਨੂੰ, ਤੇ ਇਹਦਾ ਕਾਰਨ ਕੀ ਹੈ ਜੀ ਕਿ ਉੱਥੇ ਦੀ ਜਿਹੜੀ ਉਦਾਸੀਨਤਾ ਕੋਠੀ ਦੀ, ਮੁੱਖ ਮੰਤਰੀ ਵਾਲੀ ਆਭਾ ਹੈ ਨਹੀਂ। ਜੀ ਸੋ ਕੱਲ ਜਦੋਂ ਹੁਣ ਇਹ ਪਾਰਲੀਮੈਂਟ ਦਾ ਸੈਸ਼ਨ ਚੱਲਦਾ ਸੀ ਤੇ ਉਸ ਸੈਸ਼ਨ ਦੀ ਜਾਣਕਾਰੀ ਆਪਾਂ ਨੂੰ ਵੀ ਮਿਲ ਗਈ ਸੀ ਕਿ ਅੱਜ ਕੱਲ ਪਹਿਲੇ ਸੈਸ਼ਨ ਦੇ ਵਿੱਚ ਹੀ ਚੱਢਾ ਸਾਹਿਬ ਪੰਜਾਬ ਦੇ ਮੁੱਦਿਆਂ ਨੂੰ ਉਭਾਰਦੇ ਹੈ ਤੇ ਗੱਲ ਬਹੁਤ ਵਧੀਆ ਹੈ। ਜੇ ਬੰਦਾ ਭਾਵੇਂ ਹੈ ਦਿੱਲੀ ਦਾ, ਰਾਜ ਸਭਾ ਦਾ ਮੈਂਬਰ ਪੰਜਾਬ ਤੋਂ ਬਣਦਾ ਤਾਂ ਉਹਨੂੰ ਪੰਜਾਬ ਦੀ ਨੁਮਾਇੰਦਗੀ ਕਰਨੀ ਚਾਹੀਦੀ ਹੈ। ਜੀ ਕੱਲ ਜਿਹੜੀ ਉਹਨਾਂ ਨੇ ਗੱਲ ਕੀਤੀ ਉਹ ਗੱਲ ਵੀ ਬਹੁਤ ਵਧੀਆ ਸੀ ਕਿ ਸਰਾਵਾਂ ਦੇ ਉੱਤੇ GST ਲਾਤੀ। ਇਹ ਬੜੀ ਮਾੜੀ ਗੱਲ ਹੈ। ਸਰਾਵਾਂ ਜਿਹੜੀਆਂ ਹੈਗੀਆਂ ਚਾਹੇ ਦਰਬਾਰ ਸਾਹਿਬ ਦੇ ਅੰਦਰ ਹੈ ਚਾਹੇ ਬਾਹਰ, ਸ਼ਰਧਾਲੂਆਂ ਦੇ ਆਉਣ ਵਾਸਤੇ, ਔਰ ਉਦਾਨੀਆਂ ਦੀ ਜਿਹੜੀ ਹੈਗੀ ਹੈ ਕਮਾਈ ਦੇ ਵਿੱਚੋਂ ਬਣਦੀਆਂ, ਉਹਨਾਂ ਦੇ ਉੱਤੇ ਤੁਸੀਂ ਇਸ ਤਰ੍ਹਾਂ ਲਾਉਣਾ ਇਹ ਠੀਕ ਨਹੀਂ ਹੁੰਦਾ ਜੀ। ਇਹ ਤੋਂ ਪਹਿਲਾਂ ਤੁਸੀਂ ਦੇਖਿਆ ਹੋਣਾ ਇੱਕ ਵਾਰੀ GST ਲਾਤੀ ਸੀ ਲੰਗਰ ਤੇ ਵੀ, ਤੇ ਫਿਰ ਉਹ ਵਾਪਸ ਲੈ ਲਈ ਸੀ। ਤੇ ਇਤਫਾਕ ਇੱਕ ਹੋਰ ਦੇਖੋ ਬੜੀ ਅਜੀਬ ਗੱਲ, ਜੀ ਪ੍ਰਧਾਨ ਮੰਤਰੀ ਸਾਹਿਬ ਦੀ ਇੱਕ ਕਿਤਾਬ ਜਿਹੜੀ ਹੈਗੀ ਹੈ ਉਹ ਅੱਜ ਕੱਲ੍ਹ ਪ੍ਰਚਲਿਤ ਹੈ, ਜਿਹਦਾ RSS ਵਾਲੇ BJP ਵਾਲੇ ਬੜਾ ਪ੍ਰਚਾਰ ਕਰਦੇ ਹੈ ਕਿ ਸਿੱਖਾਂ ਦੇ ਨਾਲ ਪ੍ਰਧਾਨ ਮੰਤਰੀ ਸਾਹਿਬ ਦਾ ਬੜਾ ਨੇੜ ਹੈ। ਤੇ ਫਿਰ ਪ੍ਰਧਾਨ ਮੰਤਰੀ ਸਾਹਿਬ ਦੀਆਂ ਜਿਹੜੀਆਂ ਪ੍ਰਾਪਤੀਆਂ ਜਾਂ ਪੰਜਾਬ ਪ੍ਰਤੀ ਜਿਹੜਾ ਉਹਨਾਂ ਦੇ ਅਹਿਸਾਨ ਹੈ ਉਹਨਾਂ ਦਾ ਜ਼ਿਕਰ ਆਉਂਦਾ ਹੈ। ਦਾਨੇਵਾਲੀਆ ਸਾਹਿਬ ਕਹਿੰਦੇ ਵੀ ਉਹਦੇ ਚੋਂ GST ਦਾ ਜ਼ਿਕਰ ਵੀ ਹੁੰਦਾ ਹੈ, ਵੀ ਦਰਬਾਰ ਸਾਹਿਬ ਦੇ ਲੰਗਰ ਤੇ ਜਿਹੜੀ GST ਉਹ ਅਸੀਂ ਮਾਫ ਕੀਤੀ, ਉਹ ਵਾਪਸ ਲੈ ਲਈ, ਉਹ ਮਾਫ ਕਰ ਲਈ। ਮੇਰਾ ਖਿਆਲ ਹੈ ਕਈ ਵਾਰੀ ਇਸ ਤਰ੍ਹਾਂ ਦੀ ਐਕਸਰਸਾਈਜ਼ ਵੀ ਹੁੰਦੀ ਹੈ ਵੀ ਇੱਕ ਵਾਰੀ ਸਰਾਵਾਂ ਤੇ ਟੈਕਸ ਲਾ ਦਿਓ, GST ਲਾ ਦਿਓ, ਤੇ ਫਿਰ ਆਪਾਂ ਵਾਪਸ ਲੈ ਲਾਂਗੇ, ਫਿਰ ਉਹਦੇ ਨਾਲ ਬੱਲੇ ਬੱਲੇ ਹੋਊਗੀ। ਖੈਰ ਉਹ ਅੱਜ ਕੱਲ੍ਹ ਦਿੱਲੀ ਬਿਜੀ ਹੈ ਜੀ, ਤੇ ਉਹਨਾਂ ਦੀ ਗੈਰ ਮੌਜੂਦਗੀ ਦੇ ਵਿੱਚ ਅਚਨਚੇਤ ਟੈਲੀਫੋਨਾਂ ਦੀਆਂ ਘੰਟੀਆਂ ਖੜਕਦੀਆਂ ਹੈ MLAs ਦੀਆਂ ਜੀ ਕਿ ਜੀ ਤੁਹਾਡੇ ਨਾਲ ਤੁਹਾਡੇ ਹਲਕੇ ਬਾਰੇ ਤੇ ਬਾਕੀ ਸਾਰੀਆਂ ਗੱਲਾਂ ਬਾਤਾਂ ਕਰਨੀਆਂ ਹੈ ਮੁੱਖ ਮੰਤਰੀ ਸਾਹਿਬ ਨੇ, ਤੇ ਤੁਸੀਂ ਆਓ ਤੇ ਕਿਸੇ ਨਾਲ ਗੱਲ ਨਹੀਂ ਕਰਨੀ ਬਹੁਤੀ, ਇਕੱਲੇ ਇਕੱਲੇ ਆ ਜਾਓ। ਸਾਰੇ ਬੰਦੇ ਇਕੱਲੇ ਇਕੱਲੇ ਚਲੇ ਗਏ ਤੇ 3 ਸ਼ਿਫਟਾਂ ਦੇ ਵਿੱਚ ਫਿਰ ਉਹਨਾਂ ਨੇ ਉਹਨਾਂ ਦੇ ਨਾਲ ਗੱਲਬਾਤ ਕੀਤੀ ਹੈ। ਬਾਹਰ ਜਿਹੜੀ ਖਬਰ ਆਈ ਹੈ ਉਹ ਖਬਰ ਬਾਹਰ ਇਹ ਆਈ ਹੈ ਕਿ ਭਗਵੰਤ ਸਿੰਘ ਮਾਨ ਹੋਰਾਂ ਨੇ ਜਿਹੜੇ ਆਪਣੇ ਚੇਤਨ ਸਿੰਘ ਜੋੜਾ ਮਾਰਿਆ, ਉਹਨਾਂ ਦਾ ਜਿਹੜਾ ਤਕਰਾਰ ਹੋਇਆ BC ਨਾਲ, ਔਰ ਜਿਸ ਕਿਸਮ ਦੀ ਕੋਈ ਕੰਟਰੋਵਰਸੀ ਉੱਤੇ ਖੜੀ ਹੋ ਗਈ ਹੈ ਜੀ, ਉਹਦੇ ਤੋਂ ਕਹਿੰਦੇ ਵੀ ਭਗਵੰਤ ਸਿੰਘ ਮਾਨ ਕਾਫੀ ਦੁਖੀ ਸੀ। ਤੇ ਉਹਨਾਂ ਨੇ ਕਹਿੰਦੇ ਕਿਹਾ, ਜੋ ਬਾਹਰ ਖਬਰ ਆਈ ਹੈ ਉਹਨਾਂ ਨੇ ਕਹਿੰਦੇ ਕਿਹਾ ਜੀ ਸਾਰੇ MLAs ਨੂੰ ਕਿ ਸੁਚੇਤ ਰਹੋ, ਚੁਸਤ ਦਰੁਸਤੀ ਨਾਲ ਕੰਮ ਕਰੋ ਜੀ, ਲੇਕਿਨ ਚੈਕਿੰਗ ਦੇ ਨਾਂ ਦੇ ਉੱਤੇ ਇਹ ਨਾ ਹੋਵੇ ਕਿ ਤੁਸੀਂ ਦਾਦਾਗਿਰੀ ਕਰਦੇ। ਇੱਕ ਤਾਂ ਇਹ ਨਹੀਂ ਹੋਣੀ ਚਾਹੀਦੀ। ਵੈਸੇ ਕਹਿੰਦੇ ਵੀ ਸਰਕਾਰ ਦੀਆਂ ਜਿਹੜੀਆਂ ਨੀਤੀਆਂ, ਸਰਕਾਰ ਦੀ ਨੀਅਤ ਉਹ ਲੋਕਾਂ ਤੱਕ ਲੈ ਕੇ ਜਾਓ ਜੀ,
ਕੋਈ ਬੰਦਾ ਗੈਰ ਹਾਜ਼ਰ ਵਗੈਰਾ ਨਾ ਹੋਵੇ, ਇਹਦੇ 'ਚ ਚੌਕਸੀ ਰੱਖੋ ਪਰ ਮਰਿਆਦਾ ਦੇ ਵਿੱਚ ਰਹਿ ਕੇ ਜੀ। ਇਹ ਜਿਹੜੀ ਹੈਗੀ ਹੈ ਜੀ, ਇਹ ਇੱਕ ਬਾਹਰਲੀ ਜਿਹੜੀ ਹੈ ਖਬਰ ਹੈ। ਇਹ ਖਬਰ ਮਤਲਬ ਜਿਹੜੀ ਹੈ ਪ੍ਰਕਾਸ਼ਿਤ ਕਰਨ ਵਾਸਤੇ ਹੈ, ਲੇਕਿਨ ਅਸਲ ਖਬਰ ਨਹੀਂ ਜੀ। ਅਸਲ ਖਬਰ ਇਹ ਹੈ ਕਿ ਜਿਵੇਂ ਆਪਾਂ ਵੀ ਗੱਲ ਕੀਤੀ ਹੈ ਤੇ ਹੋਰ ਚੈਨਲਾਂ ਨੇ, ਰੇਡੀਓਜ਼ ਨੇ, ਅਖਬਾਰਾਂ ਨੇ ਵੀ ਇਹ ਗੱਲ ਕੀਤੀ ਹੈ ਕਿ ਦਿੱਲੀ ਦਾ ਦਖਲ ਲੋੜੋਂ ਵੱਧ ਹੈ ਜੀ। ਵਿਦੇਸ਼ੀ ਭਾਈਚਾਰਾ ਵੀ ਸਾਡਾ ਜਿਹੜਾ, ਜਿਹਨੂੰ ਅਸੀਂ ਪੰਜਾਬੀ ਡਾਇਸਪੋਰਾ ਕਹਿੰਦੇ, ਉਹ ਵੀ ਇਸ ਗੱਲ ਦੇ ਉੱਤੇ ਦੁਖੀ ਹੈ ਕਿ ਅਸੀਂ ਜੇ ਮਦਦ ਕੀਤੀ ਹੈ ਤਾਂ ਭਗਵੰਤ ਸਿੰਘ ਮਾਨ ਦੀ ਕੀਤੀ ਹੈ। ਪੰਜਾਬ ਦੇ ਲੋਕਾਂ ਨੇ ਜੇ ਫਤਵਾ ਦਿੱਤਾ ਤਾਂ ਭਗਵੰਤ ਸਿੰਘ ਮਾਨ ਦੇ ਨਾਤੇ ਦਿੱਤਾ ਹੈ। ਕਿਸੇ ਨੇ ਰਾਘਵ ਚੱਡੇ ਦੇ ਨਾਤੇ ਨਹੀਂ ਦਿੱਤਾ, ਰਾਘਵ ਚੱਡੇ ਦਾ ਤਾਂ ਨਾਮ ਆਉਂਦਾ ਹੀ ਨਹੀਂ ਸੀ ਉਦੋਂ। ਕਿਸੇ ਨੇ ਕੇਜਰੀਵਾਲ ਦੇ ਨਾਤੇ ਨਹੀਂ ਦਿੱਤਾ, ਕੇਜਰੀਵਾਲ ਹਾਲਾਂਕਿ ਕਹਿੰਦਾ ਇੱਕ ਮੌਕਾ ਕੇਜਰੀਵਾਲ ਨੂੰ, ਪਰ ਉਹ ਕੇਜਰੀਵਾਲ ਨੂੰ ਇੱਕ ਮੌਕਾ ਦੇਣ ਵਾਲਾ ਜਦੋਂ ਦੇਖਿਆ ਕਿ ਇਹਨੂੰ ਬੂਰ ਨਹੀਂ ਪੈਂਦਾ, ਫਿਰ ਹੀ ਭਗਵੰਤ ਸਿੰਘ ਮਾਨ ਦਾ ਨਾਂ ਆਇਆ ਸੀ। ਤੇ ਕਿਉਂਕਿ ਫਤਵਾ ਭਗਵੰਤ ਸਿੰਘ ਮਾਨ ਦੇ ਨਾਤੇ ਜੀ, ਲੋਕ ਇਹ ਚਾਹੁੰਦੇ ਕਿ ਭਗਵੰਤ ਸਿੰਘ ਮਾਨ ਬਰਕਰਾਰ ਰਹੇ, ਕਾਇਮ ਰਹੇ, ਔਰ ਉਹ ਪੰਜਾਬੀ ਗੈਰਤ ਆ ਜਿਹੜੀ ਜੀ, ਉਸ ਗੈਰਤ ਤੇ ਪਹਿਰਾ ਦੇਵੇ, ਰਾਖੀ ਕਰੇ। ਭਗਤ ਸਿੰਘ ਵਾਲੀ ਜਿਹੜੀ ਵਸੰਤੀ ਪੱਗ ਬੰਨੀ ਹੈ ਤੇ ਭਗਤ ਸਿੰਘ ਦੇ ਪੈਰ 'ਚ ਪੈਰ ਰੱਖਣ ਦਾ ਯਤਨ ਕਰੇ। ਭਗਤ ਸਿੰਘ ਬਣਨਾ ਬਹੁਤ ਮੁਸ਼ਕਿਲ ਹੈ, ਕਿਸੇ ਵਾਸਤੇ ਵੀ ਸੌਖੀ ਗੱਲ ਨਹੀਂ, ਪਰ ਬੰਦਾ ਉਹਦੇ ਜਿਹੜੇ ਕਦਮ ਚਿੰਨ੍ਹਾਂ ਤੇ ਤਾਂ ਚੱਲ ਸਕਦਾ ਨਾ, ਵੀ ਇਹ ਥੋੜੀ ਜਿਹੀ ਕੋਸ਼ਿਸ਼ ਕਰਨ। ਤੇ ਮੇਰੇ ਖਿਆਲ ਮੁਤਾਬਕ, ਕਿਉਂਕਿ ਇਹ ਗੱਲਾਂ ਵੀ ਆ ਰਹੀਆਂ ਕਿ ਭਗਵੰਤ ਸਿੰਘ ਮਾਨ ਹੋਰਾਂ ਨੂੰ ਬਹੁਤਾ ਲੰਬਾ ਸਮਾਂ ਦਿੱਲੀ ਵਾਲਿਆਂ ਨੇ ਚੱਲਣ ਨਹੀਂ ਦੇਣਾ ਪੂਰੀਆਂ, ਤੇ ਇਹ ਨਾ ਹੋਵੇ ਕਿ ਅਧਵਾਟਿਓਂ ਗੱਲ ਟੁੱਟ ਜੇ। ਇਹਦੇ ਵਾਸਤੇ ਦਾਨੇਵਾਲੀਆ ਸਾਹਿਬ ਫਿਰ ਇਹ ਜ਼ਰੂਰੀ ਹੁੰਦੀ ਹੈ ਕਿ ਤੁਹਾਡੀ MLA ਦੇ ਨਾਲ ਨੇੜਤਾ ਹੋਵੇ। ਹੁਣ ਤੁਸੀਂ ਯਾਦ ਰੱਖੋ ਕਿ ਜਿਨ੍ਹਾਂ ਦੀ MLA ਦੇ ਨਾਲ ਨੇੜਤਾ ਨਹੀਂ ਰਹੀ, ਉਹਨਾਂ ਦਾ ਹਾਲ ਕੀ ਹੋਇਆ। ਪਹਿਲੀ ਗੱਲ ਤਾਂ ਆਪਾਂ ਦੇਖਾਂਗੇ ਪੰਜਾਬ ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਹੋਰਾਂ ਦੀ ਸਥਿਤੀ। ਅਮਰਿੰਦਰ ਸਿੰਘ ਦੀ ਜੇ ਆਪਾਂ ਪ੍ਰਸ਼ਾਸਨਿਕ ਸਮਰੱਥਾ ਕਹਿ ਦਈਏ ਤਾਂ ਇਹ ਸਰਕਾਰ ਨਾਲੋਂ ਜ਼ਿਆਦਾ ਸੀ ਜੀ, ਲੇਕਿਨ ਉਹਦੀ ਇੱਕ ਕਮੀ ਬਹੁਤ ਵੱਡੀ ਸੀ, ਉਹ ਅਵੇਲੇਬਲ ਨਹੀਂ ਸੀਗੇ ਆਪਣੇ MLAs ਨੂੰ। ਤੇ ਜੇ ਕਈ ਵਾਰੀ MLA ਚਲੇ ਵੀ ਜਾਂਦੇ ਜੀ, ਅਮਰਿੰਦਰ ਸਿੰਘ ਨੂੰ ਮਿਲਣ ਤੋਂ ਪਹਿਲਾਂ ਉਹਨਾਂ ਨੂੰ ਅਹਿਲਕਾਰਾਂ ਨੂੰ ਮਿਲਣਾ ਪੈਂਦਾ ਸੀ। ਤੇ ਕਈ ਅਹਿਲਕਾਰ ਤਾਂ ਸੁੱਖ ਨਾਲ ਫਿਰ ਇੰਨੇ ਸਿਆਣੇ ਸੀ ਵੀ ਉਹ ਜਫੋ ਜਫੀ ਹੋਣ ਤੱਕ MLAs ਦੇ ਨਾਲ। ਉਹਦਾ ਨਤੀਜਾ ਹੋਇਆ ਕਿ MLAs ਉਹਨੂੰ ਹਿਜ ਹਾਈਨੈਸ ਵੀ ਕਹਿੰਦੇ, ਉਹਨੂੰ ਮਹਾਰਾਜਾ ਵੀ ਕਹਿੰਦੇ, ਉਹਦੇ ਪ੍ਰਤੀ ਉਹਨਾਂ ਦੀ ਸ਼ਰਧਾ ਵੀ ਸੀ ਜੀ। ਪਰ ਹੌਲੀ ਹੌਲੀ ਉਹ ਸ਼ਰਧਾ ਟੁੱਟਦੀ ਗਈ। ਤੇ ਜਦੋਂ ਫਿਰ ਦਿੱਲੀੋਂ ਥੋੜਾ ਜਿਹਾ ਇਸ਼ਾਰਾ ਹੋਇਆ ਜੀ, ਅਮਰਿੰਦਰ ਸਿੰਘ ਹੋਰੀ ਇਕੱਲੇ ਹੀ ਰਹਿ ਗਏ ਤੇ ਖੜੇ ਖੜੋਤੇ ਸਾਰੇ ਛੱਡ ਗਏ ਸੀ। ਦੂਜੀ ਮਿਸਾਲ, ਉਹ ਵੀ ਬਹੁਤ ਵੱਡੀ ਮਿਸਾਲ, ਉਹ ਵੀ ਅਮਰਿੰਦਰ ਸਿੰਘ ਨਾਲੋਂ ਘੱਟ ਨਹੀਂ। ਇਹ ਪੰਜਾਬ ਦੇ ਤੇ ਮਹਾਰਾਸ਼ਟਰ ਦੇ, ਨਾ ਹਰਚਰਨ ਸਿੰਘ ਬਰਾੜ ਚਲੋ ਮਹਾਰਾਸ਼ਟਰ ਦੀ। ਮਹਾਰਾਸ਼ਟਰ ਦੇ ਵਿੱਚ ਬਾਲ ਠਾਕਰੇ ਦੀ ਜਿਹੜੀ ਚੜ੍ਹਾਈ ਸੀ ਜੀ, ਜਿਉਂਦੇ ਜੀ, ਉਹ ਚੜ੍ਹਾਈ ਦੇਖਣ ਯੋਗ ਸੀ। ਜੇ ਉਹ ਇੱਕ ਵਾਰੀ ਕਹਿੰਦਾ ਕਿ ਬੰਬੇ ਬੰਦ ਤਾਂ ਬੰਦ ਹੁੰਦਾ ਸੀ, ਜੇ ਉਹ ਕਹਿੰਦਾ ਸੀਗਾ ਕਿ ਉੱਤਰੀ ਭਾਰਤ ਦੇ ਲੋਕ ਨਹੀਂ ਰਹਿਣੇ ਚਾਹੀਦੇ ਤੇ ਨਾਲ ਦੀ ਨਾਲ ਹੀ ਲੋਕ ਡਾਂਗ ਚੱਕ ਲੈਂਦੇ ਸੀ, ਔਰ ਉਹਨੂੰ ਉਹਦੀ ਅਥਾਰਟੀ ਨੂੰ ਕੋਈ ਚੈਲੰਜ ਨਹੀਂ ਕਰਦਾ ਸੀ। ਤੁਸੀਂ ਇਹ ਦੇਖੋ ਕਿ ਉਹ ਬੰਦਾ ਸਧਾਰਨ ਆਦਮੀ ਜੀ, ਜਿਹਦੇ ਕੋਲੇ ਕੋਈ ਪਾਰਲੀਮੈਂਟਰੀ ਪੋਜੀਸ਼ਨ ਨਹੀਂ ਸੀ, ਉਹਦੀ ਕੋਠੀ ਜਿਹੜੀ ਉਹਦੀ ਰਿਹਾਇਸ਼, ਉਹਦਾ ਨਾਮ ਮਾਤੋਸ਼ਰੀ ਜੀ, ਤੇ ਉਸ ਕੋਠੀ ਦੇ ਵਿੱਚ ਪ੍ਰਧਾਨ ਮੰਤਰੀ ਮਿਲਣ ਵਾਸਤੇ ਜਾਂਦੇ ਹੁੰਦੇ ਸੀ ਜੀ। ਪ੍ਰਧਾਨ ਮੰਤਰੀ ਕਦੇ ਇਹ ਨਹੀਂ ਕਹਿੰਦੇ ਹੁੰਦੇ ਸੀ ਕਿ ਜੀ ਉਹ ਸਾਨੂੰ ਮਿਲਣ ਵਾਸਤੇ ਰੈਸਟ ਹਾਊਸ ਦੇ ਵਿੱਚ ਆਵੇ, ਸਗੋਂ ਪ੍ਰਧਾਨ ਮੰਤਰੀ ਉਹਨੂੰ ਮਿਲਣ ਵਾਸਤੇ ਜਾਂਦੇ ਹੁੰਦੇ ਸੀ ਤੇ ਪ੍ਰਧਾਨ ਮੰਤਰੀ ਉੱਥੋਂ ਸਮਾਂ ਲੈਂਦੇ ਹੁੰਦੇ ਸੀ ਜੀ। ਇਹ ਸਥਿਤੀ ਸੀਗੀ ਉਹਦੀ। ਹੁਣ ਤੁਸੀਂ ਦੇਖੋ ਕਿ ਉਹਦੇ ਪੁੱਤ ਨੇ ਉਸੇ ਸ਼ਿਵ ਸੈਨਾ ਦੀ ਬਾਗਡੋਰ ਸੰਭਾਲੀ ਜੀ। ਉਹਨੇ BJP ਦੇ ਨਾਲ ਮਿਲ ਕੇ ਇਲੈਕਸ਼ਨਾਂ ਲੜੀਆਂ, ਪਹਿਲਾਂ ਵੀ ਲੜੀਆਂ, ਫਿਰ ਵੀ ਲੜੀਆਂ ਜੀ, ਐਤਕੀ ਵੀ ਇਲੈਕਸ਼ਨਾਂ ਲੜੀਆਂ ਤੇ ਉਹਨਾਂ ਨੂੰ ਸਫਲਤਾ ਮਿਲੀ ਗੱਠਜੋੜ। ਲੇਕਿਨ ਮੁੱਖ ਮੰਤਰੀ ਦੇ ਮੁੱਦੇ ਦੇ ਉੱਤੇ ਆ ਕੇ ਕਲੇਸ਼ ਪੈ ਗਿਆ ਜੀ। ਏਕਨਾਥ ਸ਼ਿੰਦੇ ਉਹਨਾਂ ਦਾ ਪਾਰਟੀ ਦਾ ਇੱਕ ਵਰਕਰ ਸੀ, ਸਧਾਰਨ ਬੰਦਾ ਸੀ, ਜਿਹਨੂੰ ਆਟੋ ਰਿਕਸ਼ਾ ਤੋਂ ਚੁੱਕਿਆ ਸੀ। ਉਹ ਬੰਦਾ ਆਟੋ ਰਿਕਸ਼ਾ ਚਲਾਉਂਦਾ ਹੁੰਦਾ ਸੀ ਤੇ ਆਟੋ ਰਿਕਸ਼ਾ ਚਲਾਉਣ ਵਾਲੇ ਬੰਦੇ ਨੂੰ ਬਹੁਤ ਪਾਵਰਫੁਲ ਮੰਤਰੀ ਬਣਾਤਾ ਸੀ ਜੀ। ਉਹ ਬੰਦਾ ਬਗਾਵਤ ਕਰ ਗਿਆ। ਕਿਉਂ ਬਗਾਵਤ ਕੀਤੀ? ਕਿਉਂਕਿ ਕੱਲੇ ਜਿਹੜੇ ਲੋਕ ਸੀ ਜੀ, ਉਹ ਮੁੱਖ ਮੰਤਰੀ ਨੂੰ ਮਿਲਣਾ ਚਾਹੁੰਦੇ ਸੀ ਤੇ ਮੁੱਖ ਮੰਤਰੀ ਉਹਨਾਂ ਨੂੰ ਮਿਲਦਾ ਨਹੀਂ ਸੀ, ਉਹਨਾਂ ਨੂੰ ਅਸੈਸੀਬਲ ਨਹੀਂ ਸੀ। ਨਤੀਜਾ ਇਹ ਹੋਇਆ ਕਿ ਏਕਨਾਥ ਸ਼ਿੰਦੇ ਜਿਹੜਾ ਥੋੜਾ ਜਿਹਾ ਰਜਿਸਟ ਕਰਦਾ ਸੀ ਵੀ ਨਹੀਂ ਜੀ ਸਾਡੀ ਗੱਲਬਾਤ ਸੁਣੋ, ਕੇਂਦਰ ਉਹ ਬਣਦਾ ਗਿਆ ਤੇ ਲੋਕ ਉਹਦੇ ਦੁਆਲੇ ਜੁੜਦੇ ਰਹੇ। ਨਤੀਜਾ ਕੀ ਹੋਇਆ ਕਿ ਅੱਜ ਉਧਵ ਠਾਕਰੇ ਮਾਤੋਸ਼ਰੀ 'ਚ ਬੈਠਾ ਹੈ ਤੇ ਏਕਨਾਥ ਸ਼ਿੰਦੇ ਜਿਹੜਾ ਉਹਨਾਂ ਨੇ ਚੁੱਕਿਆ ਸੀ ਉਹ ਮੁੱਖ ਮੰਤਰੀ ਬਣਿਆ ਬੈਠਾ। ਸੁਪਰੀਮ ਕੋਰਟ 'ਚ ਮਾਮਲਾ ਚੱਲੀ ਜਾਂਦਾ, ਪਤਾ ਨਹੀਂ ਖੈਰ ਕੀ ਬਣਨਾ ਕੀ ਨਹੀਂ ਬਣਨਾ। ਮੇਰੇ ਖਿਆਲ ਮੁਤਾਬਕ ਇਹਨਾਂ ਦੋ ਘਟਨਾਵਾਂ ਤੋਂ ਸਰਦਾਰ ਭਗਵੰਤ ਸਿੰਘ ਮਾਨ ਨੇ ਵੀ ਕੋਈ ਨਤੀਜਾ ਕੱਢਿਆ ਹੋਣਾ। ਇਹ ਉਹਨਾਂ ਨੂੰ ਵੀ ਇਸ ਗੱਲ ਦਾ ਪਤਾ ਕਿ ਜੇ ਤੁਹਾਡੀ ਝੋਲੀ 'ਚ ਦਾਣੇ ਨਾ ਹੋਣਗੇ
ਤਾਂ ਫਿਰ ਤੁਹਾਨੂੰ ਕਿਸੇ ਨੇ ਖੈਰ ਨਹੀਂ ਪਾਉਣੀ। ਖੈਰ ਨਹੀਂ ਪਾਉਣੀ। ਖੈਰ ਉਦੋਂ ਹੀ ਪੈਂਦੀ ਹੈ ਜਦੋਂ ਤੁਹਾਡੀ ਆਪਦੀ ਜਿਵੇਂ ਪੁਰਾਣੇ ਕਹਿੰਦੇ ਘਰੋਂ ਰੋਟੀ ਖਾ ਕੇ ਜਾਓ ਤਾਂ ਸਾਰਿਆਂ ਨੂੰ ਸਾਰੇ ਘਰਾਂ ਤੋਂ ਰੋਟੀ ਮਿਲਦੀ ਨਹੀਂ। ਕਈ ਵਾਰੀ ਇਹ ਸੋਚ ਲਈਏ ਨਾ ਵੀ ਆਪਾਂ ਫਲਾਣੇ ਦੇ ਮਹਿਮਾਨ ਉਹਨਾਂ ਦੇ ਘਰੇ ਜਾਵਾਂਗੇ ਤੇ ਕਹਿੰਦੇ ਨੇ ਵਾਲੇ ਘਰਾਂ ਦਾ ਪ੍ਰਾਹੁਣਾ ਭੁੱਖਾ ਰਹਿ ਜਾਂਦਾ। ਉਹਦਾ ਮਤਲਬ ਇਹ ਹੁੰਦਾ ਕਿ ਘਰੋਂ ਖਾ ਕੇ ਜਾਵੇ ਤਾਂ ਬੰਦਾ ਠੀਕ ਆ, ਫਿਰ ਹਰੇਕ ਹੀ ਕਹਿੰਦਾ ਜੀ ਆਓ ਮੇਰੇ ਕੋਲ ਛਕੋ, ਮੇਰੇ ਕੋਲ ਛਕੋ। ਇਹ ਸਥਿਤੀ ਬਣੀ ਹੈ। ਸੋ ਮੈਨੂੰ ਲੱਗਦੀ ਇਹ ਹੈ ਕਿ ਭਗਵੰਤ ਸਿੰਘ ਮਾਨ ਨੇ ਜਿਹੜੀ ਕੱਲ੍ਹ ਵਾਲੀ ਮੀਟਿੰਗ ਕੀਤੀ ਹੈ ਉਸ ਮੀਟਿੰਗ ਦੇ ਵਿੱਚ ਠੀਕ ਹੈ, MLA ਸਾਹਿਬਾਨ ਨੂੰ ਉਹਨਾਂ ਨੇ ਥੋੜ੍ਹਾ ਜਿਹਾ ਠੰਡਾ ਵੀ ਕੀਤਾ ਹੋਊ, ਚਾਹ ਪਾਣੀ ਵੀ ਉਹਨਾਂ ਨਾਲ ਸਾਂਝੀ ਕੀਤੀ ਹੈ, ਹਲਕੀਆਂ ਫੁਲਕੀਆਂ ਗੱਲਾਂ ਵੀ ਕੀਤੀਆਂ ਹੋਣਗੀਆਂ, ਪਰ ਅਸਲ ਦੇ ਵਿੱਚ ਜਿਹੜੀ ਉਹ ਨੇੜਤਾ, ਜਿਹੜੀ ਨਿੱਜੀ ਸੰਬੰਧ ਬਣਾਉਣੇ ਜੀ, ਔਰ ਬਾਹਰ ਨਿਕਲ ਕੇ ਕਈ MLA ਨੇ ਕਿਹਾ ਜੀ ਸਾਡੀ ਤਾਂ ਗੱਲ ਬੜੀ ਵਧੀਆ ਸੁਣੀ, ਡਾਇਰੀ ਦੇ ਉੱਤੇ ਕਹਿੰਦੇ ਆਪ ਨੋਟ ਕਰਦੇ ਸੀ ਭਗਵੰਤ ਸਿੰਘ ਮਾਨ ਹੋਰੀ, ਔਰ ਅਧਿਕਾਰੀ ਕੋਈ ਨਹੀਂ ਸੱਦਿਆ, ਵਜ਼ੀਰ ਕੋਈ ਨਹੀਂ, ਵਜ਼ੀਰ ਕੋਈ ਨਹੀਂ, ਅਧਿਕਾਰੀ ਕੋਈ ਨਹੀਂ, ਵਜ਼ੀਰ ਕੋਈ ਨਹੀਂ, ਅਧਿਕਾਰੀ ਕੋਈ ਨਹੀਂ, ਰਾਘਵ ਚੱਡਾ ਗੈਰ ਹਾਜ਼ਰ ਹੈ ਤੇ ਰਾਘਵ ਚੱਡੇ ਦੀ ਗੈਰ ਹਾਜ਼ਰੀ ਦਾ ਫਾਇਦਾ ਉਠਾਇਆ ਉਹਨਾਂ ਨਾਲ ਨੇੜਤਾ ਕਰਨ ਵਾਸਤੇ। ਸੋ ਦੇਖਣ ਨੂੰ ਤਾਂ ਇਹ ਲੱਗਦੀ ਹੈ ਕਿ ਉਹਨਾਂ ਨੂੰ ਸਮਝਾਇਆ MLAs ਨੂੰ, ਲੇਕਿਨ ਅਸਲ ਮਨੋਰਥ ਇਹ ਸੀ ਕਿ MLAs ਦੇ ਨਾਲ ਜਾਤੀ ਜਿਹੜੀ ਹੈਗੀ ਹੈ ਨੇੜਤਾ ਉਹ ਸਥਾਪਿਤ ਕੀਤੀ ਜਾਵੇ, ਤਾਂ ਕਿ ਭਵਿੱਖ ਦੇ ਵਿੱਚ ਅਗਰ ਕਿਸੇ ਕਿਸਮ ਦੀ ਚੁਣੌਤੀ ਆਉਂਦੀ ਹੈ ਤਾਂ ਇਹ ਜਿਹੜੀਆਂ ਹੈਗੀਆਂ ਬਾਹਾਂ, ਇਹ ਬਾਹਾਂ ਮਤਲਬ ਜਿਹੜੀਆਂ ਹੈਗੀਆਂ ਮਜ਼ਬੂਤੀ ਨਾਲ ਉਹਦੇ ਨਾਲ ਖੜਨ ਜੀ। ਸੋ ਪ੍ਰੋਗਰਾਮ ਸ਼ਮਾਦਾਨ ਦੇ ਵਿੱਚ ਤੁਸੀਂ ਇਸ ਵਕਤ ਸਾਡੇ ਨਾਲ ਬਠਿੰਡਾ ਸਟੂਡੀਓ ਤੋਂ ਲਾਈਵ ਜੁੜੇ ਹੋਏ ਹੋ ਤੇ ਵਪਾਰਕ ਸੁਨੇਹਾ ਤੇ ਫਿਰ ਹਾਜ਼ਰ ਹੋਣੇ ਤੁਹਾਡੇ ਨਾਲ। ਸੋ ਇਸੇ ਤਰ੍ਹਾਂ 10 ਸਤੰਬਰ ਨੂੰ ਸਮੋਕੀ ਪਾਰਕ ਰਿਚਮੰਡ ਨਿਊਯਾਰਕ ਦੇ ਵਿੱਚ ਕਬੱਡੀ ਟੂਰਨਾਮੈਂਟ ਹੋ ਰਿਹਾ ਜੀ। ਸੋ ਉੱਥੇ ਵੀ ਹੁਮ ਕੇ ਪਹੁੰਚਿਓ ਤੇ ਢਿੱਲੋਂ ਸਾਹਿਬ ਫਿਰ ਸੁਮੇਧ ਸੈਣੀ ਹੋਰਾਂ ਦੀ ਕਹਿੰਦੇ ਕੱਲ ਫਿਰ ਲੰਮੀ ਪੁੱਛਗਿੱਛ ਕੀਤੀ ਗਈ ਹੈ ਜੀ। ਬਿਲਕੁਲ ਜੀ, ਹੁਣ ਕੋਈ ਚਾਰਾ ਨਹੀਂ ਸੀ ਕਿਉਂਕਿ ਸੁਮੇਧ ਸਿੰਘ ਸੈਣੀ ਹੋਰਾਂ ਨੂੰ ਜੀ ਰਾਹਤ ਨਹੀਂ ਸੀ ਮਿਲੀ ਹਾਈ ਕੋਰਟ 'ਚੋਂ। ਜ਼ਮਾਨਤ ਭਾਵੇਂ ਉਹਨਾਂ ਨੂੰ ਸਾਰੇ ਕੇਸਾਂ 'ਚ ਮਿਲ ਚੁੱਕੀ ਹੈ ਜੀ, ਲੇਕਿਨ ਪਿਛਲੇ ਦਿਨਾਂ ਦੇ ਵਿੱਚ ਸੁਮੇਧ ਸਿੰਘ ਸੈਣੀ ਤੇ ਕੁਝ ਕੋ-ਅਕਿਊਜ਼ਡ ਜਿਹੜੇ ਉਹਨਾਂ ਦੇ ਨਾਲ ਹੋਰ ਸੀ ਜੀ, ਉਹਨਾਂ ਨੇ ਪਿਛਲੇ ਸਮੇਂ ਦੇ ਵਿੱਚ ਇੱਕ ਪਟੀਸ਼ਨ ਦਾਇਰ ਕੀਤੀ ਸੀ ਪੰਜਾਬ ਤੇ ਹਰਿਆਣਾ ਹਾਈ ਕੋਰਟ 'ਚ, ਜਿਹਦੇ ਰਾਹੀਂ ਮੰਗ ਇਹ ਕੀਤੀ ਗਈ ਸੀ ਕਿ ਇਹ ਜਾਂਚ ਹੈ ਜਿਹੜੀ ਕੋਟਕਪੂਰਾ ਗੋਲੀ ਕਾਂਡ ਵਾਲੀ ਜਾਂ ਕੋਟਕਪੂਰਾ ਜੋ ਕੁਛ ਹੋਇਆ ਵੈ ਤਸ਼ੱਦਦ ਹੋਇਆ, ਇਹ ਜਾਂਚ ਪੰਜਾਬ ਪੁਲਿਸ ਤੋਂ ਲੈ ਕੇ ਕਿਸੇ ਕੇਂਦਰੀ ਏਜੰਸੀ ਨੂੰ ਦੇ ਦਿੱਤੀ ਜਾਵੇ ਜੀ, ਭਾਵ CBI ਨੂੰ ਦੇ ਦਿੱਤੀ ਜਾਵੇ। ਉਹਨਾਂ ਨੇ ਹਾਈ ਕੋਰਟ 'ਚ ਪਾਈ ਸੀ। ਹਾਈ ਕੋਰਟ ਦੇ ਵਿੱਚ ਇਹਦੇ 'ਤੇ ਕਾਫੀ ਸੁਣਵਾਈ ਹੋਈ, ਦੋਵਾਂ ਧਿਰਾਂ ਨੇ ਨਿੱਠ ਕੇ ਤੇ ਬਹਿਸ ਕੀਤੀ, ਲੇਕਿਨ ਆਖਿਰਕਾਰ ਹਾਈ ਕੋਰਟ ਨੇ ਇਹ ਕਹਿ ਦਿੱਤਾ ਕਿ ਨਹੀਂ, ਤੁਹਾਨੂੰ ਪੇਸ਼ ਹੋਣਾ ਹੀ ਪੈਣਾ, SIT ਦੇ ਪੇਸ਼ ਹੋ ਜੀ, ਔਰ SIT ਮਤਲਬ ਜਿਹੜੀ ਹੈ ਤੁਹਾਡੇ ਨਾਲ ਜਿਹੜੀ ਉਹਨੂੰ ਜਿਹੜੇ ਸਵਾਲ ਕਰੂਗੀ ਉਹਨਾਂ ਸਵਾਲਾਂ ਦਾ ਜਵਾਬ ਦਿਓ। ਤੇ ਇਹ ਵੀ ਇੱਕ ਇਤਫਾਕ ਹੈ ਦਾਨੇਲੀਆ ਸਾਹਿਬ, ਮੇਰੇ ਯਾਦ ਆ ਸਮਾਂ ਜਦੋਂ ਸੁਮੇਧ ਸਿੰਘ ਸੈਣੀ DGP ਬਣੇ ਜੀ, ਤੇ ਜਿਹੜਾ ਪੁਲਿਸ ਦਾ ਹੈੱਡਕੁਆਟਰ ਹੈ ਸੈਕਟਰ 9 'ਚ, ਜਿੱਧਰ ਦੀ DGP ਦੀ ਗੱਡੀ ਵੜਦੀ ਹੁੰਦੀ ਹੈ, ਹੁਣ ਨਹੀਂ ਉਹ ਗੱਲ, ਉਦੋਂ ਸਥਿਤੀ ਇਹ ਸੀ ਕਿ ਉੱਥੇ ਪਰਿੰਦਾ ਵੀ ਪਰ ਨਹੀਂ ਹਿਲਾ ਸਕਦਾ ਸੀ ਜੀ, ਇੰਨੀ ਜ਼ਿਆਦਾ ਸੁਰੱਖਿਆ ਹੁੰਦੀ ਸੀ। ਤੇ ਉਸੇ ਹੈੱਡਕੁਆਟਰ ਦੇ ਵਿੱਚ ਕੱਲ ਸੁਮੇਧ ਸਿੰਘ ਸੈਣੀ ਆ ਰਿਹਾ ਹੈ, ਨਾਲ ਇੱਕ ਉਹਦਾ PSO ਹੈ, ਹੌਲੀ ਹੌਲੀ ਜੇ ਤੁਰ ਕੇ ਤੇ ਉਹ ਪਹੁੰਚਦੇ ਹੈ ਤੇ ਅਗਾਂਹ ਜਿਸ ਅਧਿਕਾਰੀ ਦੇ ਸਾਹਮਣੇ ਉਹਨਾਂ ਨੇ ਬੈਠਣਾ ਹੈ, ਜਿਨ੍ਹਾਂ ਨੇ ਸਵਾਲ ਕਰਨੇ ਹੈ, ਉਹ ਵੀ ਇੱਕ ਇਤਫਾਕ ਹੈ ਕਿ ਉਹ LK ਯਾਦਵ, ਲਕਸ਼ਮੀ ਕਾਂਤ ਯਾਦਵ, ਔਰ LK ਯਾਦਵ ਉਸ ਦੌਰ ਦੇ ਵਿੱਚ ਜਦੋਂ ਸੁਮੇਧ ਸਿੰਘ ਸੈਣੀ ਦੀ ਤੂਤੀ ਬੋਲਦੀ ਹੁੰਦੀ ਸੀ, ਉਦੋਂ ਉਹਨਾਂ ਨੇ ਆਪਣੀ ਸਰਵਿਸ ਦੀ ਸ਼ੁਰੂਆਤ ਕੀਤੀ ਸੀ ਜੀ। ਆਮ ਤੌਰ ਤੇ ਆਪਾਂ ਦੇਖਦੇ ਹੁੰਦੇ ਮੁਕਤਸਰ SSP ਰਹੇ, ਬਠਿੰਡੇ ASP ਰਹੇ, SSP ਤਾਂ ਵੱਡੀ ਗੱਲ ਹੁੰਦੀ ਹੈ ਨਾ, ਬਠਿੰਡੇ ASP ਰਹੇ ਸੀ। ਸਭ ਤੋਂ ਪਹਿਲੀ ਸਰਵਿਸ ਜਿਹੜੀ ਹੈਗੀ ਹੈ ਕਿਸੇ IPS ਅਫਸਰ ਦੀ, ਉਹ ਹੁੰਦੀ ਹੈ SHO। ਹਾਂਜੀ, ਉਹਨੂੰ ਕਿਸੇ ਥਾਣੇ 'ਚ SHO ਲੱਗਣਾ ਪੈਂਦਾ ਹੈ, 2-3 ਮਹੀਨਿਆਂ ਦਾ ਉਹ ਵਕਫਾ ਹੁੰਦਾ, ਉਹਦੇ ਵਿੱਚ ਉਹ ਆਪਦੀ ਕਾਰਵਾਈ ਉੱਥੋਂ ਦੀ ਸਿੱਖਦੇ ਹੈ। ਫਿਰ ਜਿਹੜੀ ਬਤੌਰ ਇੱਕ ਅਫਸਰ, ਗੈਸਟਡ ਅਫਸਰ ਦੇ ਤੌਰ ਦੇ ਉੱਤੇ ਉਹਨਾਂ ਨੂੰ ਪੋਸਟਿੰਗ ਮਿਲਦੀ ਹੈ, ਉਹ ਹੁੰਦੀ ਹੈ ਸਬ ਡਿਵੀਜ਼ਨਲ ਆਫਿਸਰ ਦੀ ਜੀ। ਸਿਵਲ ਦੇ ਵਿੱਚ ਆਪਾਂ, ਬਿਜਲੀ 'ਚ ਸਿਵਲ ਵਾਲੇ 'ਚ ਆਪਾਂ ਸਬ ਡਿਵੀਜ਼ਨਲ ਆਫਿਸਰ ਕਹਿ ਦਿੰਦੇ ਹਾਂ, ਤੇ ਜੇ ਦੂਜੇ ਪਾਸੇ ਪੁਲਿਸ ਦੇਖੀ ਤਾਂ ਹੁੰਦਾ ਡਿਪਟੀ ਸੁਪਰਡੈਂਟ ਆਫ ਪੁਲਿਸ। ਹਾਂਜੀ, ਲੇਕਿਨ ਡਿਪਟੀ ਸੁਪਰਡੈਂਟ ਪੁਲਿਸ ਉਹ ਹੁੰਦੇ ਹੈ ਜਿਹੜੇ ਜਾਂ ਤਾਂ ਥੱਲੇ ਪ੍ਰਮੋਟ ਹੋਏ ਹੁੰਦੇ ਜਾਂ PPS, ਜਾਂ ਜਿਹੜੇ ਸਿੱਧੇ PPS ਹੋਏ ਹੁੰਦੇ, ਜਿਹੜੇ IPS ਹੁੰਦੇ ਉਹਨਾਂ ਨੂੰ ASP ਕਹਿੰਦੇ, ਐਡੀਸ਼ਨਲ SP। ਉਹ ASP ਦੇ ਤੌਰ ਦੇ ਉੱਤੇ ਉਹਨਾਂ ਨੇ ਆਪਣੀ ਸਰਵਿਸ ਸ਼ੁਰੂ ਕੀਤੀ ਸੀ ਤੇ ਉਹ ਬਠਿੰਡੇ ਹੁੰਦੇ ਸੀ। ਸਵਾਲਾਂ ਦੇ ਜਵਾਬ ਫਿਰ ਜਿਹੜੇ ਉਹਦੇ ਸਾਹਮਣੇ ਦੇਣੇ ਪਏ, ਕਾਫੀ ਕਹਿੰਦੇ ਜੀ ਉਹਨਾਂ ਨੇ ਤਿੱਖੇ ਸਵਾਲ ਕੀਤੇ, ਲਗਭਗ 4 ਘੰਟੇ ਸੁਮੇਧ ਸਿੰਘ ਸੈਣੀ ਤੋਂ ਪੁੱਛਗਿੱਛ ਕੀਤੀ ਜੀ। ਲੇਕਿਨ ਗੱਲ ਅਡਾਉਣੀ ਜਿੱਥੇ ਆ ਕੇ ਅੜਦੀ ਹੈ, ਉਹ ਇੱਕੋ ਗੱਲ ਤੇ ਅੜਦੀ ਹੈ ਕਿ ਗੋਲੀ ਚਲਾਉਣ ਦਾ ਹੁਕਮ ਕਿਹਨੇ ਦਿੱਤਾ ਸੀ, ਉਹ ਤੇ ਗੱਲ ਕਰੋ, ਉਹਦੇ ਤੇ ਗੱਲ ਕਰੋ। ਗੋਲੀ ਚਲਾਉਣ ਦਾ ਹੁਕਮ ਕਿਹਨੇ ਦਿੱਤਾ ਸੀ? ਆਪਾਂ ਇਹ ਜਾਣਦੇ ਹਾਂ ਕਿ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀਆਂ ਘਟਨਾਵਾਂ ਦਾ ਜਦੋਂ ਸਿਲਸਿਲਾ ਸ਼ੁਰੂ ਹੋਇਆ ਜੀ, ਤੇ ਉਹਦਾ ਅਖੀਰ ਜਿਹੜਾ ਸੀਗਾ, ਜਿਹੜਾ ਅੰਤਮ ਜਿੱਥੋਂ ਜ਼ਿਆਦਾ ਗੱਲ ਵਧੀ ਹੈ, ਉਹ ਉਦੋਂ ਸੀ ਜਦੋਂ ਗੁਰਦੁਆਰਾ
ਜਵਾਹਰ ਸਿੰਘ ਵਾਲੇ ਪਿੰਡ ਦੇ ਵਿੱਚੋਂ ਗੁਰਦੁਆਰੇ ਦੇ ਵਿੱਚੋਂ ਜਿਹੜੀ ਬੀੜ ਸਾਹਿਬ ਚੋਰੀ ਕੀਤੀ ਸੀ, ਉਹਦੇ ਅੰਗ ਜਿਹੜੇ ਹੈਗੇ ਉਹ ਬਰਗਾੜੀ ਦੀਆਂ ਗਲੀਆਂ 'ਚ ਸੁੱਟੇ ਗਏ ਸੀ। ਇਹ ਅਕਤੂਬਰ ਦੀ ਗੱਲ ਹੈ, ਮੇਰੇ ਖਿਆਲ 2015 ਦੀ 12 ਅਕਤੂਬਰ ਦੀ ਹੈ। 12 ਅਕਤੂਬਰ ਨੂੰ ਜਦੋਂ ਹੋਈ ਸੀ ਤਾਂ ਉਹਦਾ ਫਿਰ ਪ੍ਰਤੀਕਰਮ ਹੋਣਾ ਸੀ। ਅੰਗਾਂ ਨੂੰ ਇਕੱਤਰ ਕੀਤਾ ਗਿਆ ਤੇ ਇਕੱਤਰ ਕਰਨ ਤੋਂ ਬਾਅਦ ਫਿਰ ਉਹਨਾਂ ਨੂੰ ਪਾਲਕੀ 'ਚ ਪਾ ਕੇ ਕੋਟਕਪੂਰੇ ਲਿਜਾਇਆ ਗਿਆ ਤੇ ਕੋਟਕਪੂਰੇ ਜਾ ਕੇ ਉਹਨਾਂ ਨੇ ਪ੍ਰੋਟੈਸਟ ਕੀਤਾ, ਧਰਨਾ ਦਿੱਤਾ। ਉਸ ਧਰਨੇ ਨੂੰ ਉਠਾਉਣ ਵਾਸਤੇ ਫਿਰ ਇਹ ਐਕਸ਼ਨ ਹੋਇਆ ਸੀ। ਹੁਣ ਐਕਸ਼ਨ ਦੀ ਕਾਰਵਾਈ ਦੇਖੋ ਕਿ ਉੱਥੇ SSP ਹੈਗੀ, ਉੱਥੇ ਹੋਰ ਫੋਰਸ ਹੈਗੀ ਹੈ। IG ਜਿਹੜੇ ਹੈਗੇ ਬਠਿੰਡਾ ਜ਼ੋਨ ਪੈਂਦੇ, ਬਠਿੰਡਾ ਜ਼ੋਨ ਦੇ IG ਮਿਸਟਰ ਜਤਿੰਦਰ ਜੈਨ ਹੁੰਦੇ ਸੀ, ਲੇਕਿਨ ਬਠਿੰਡਾ ਜ਼ੋਨ ਦੇ IG ਦੀ ਬਜਾਏ ਲੁਧਿਆਣਾ ਦਾ ਪੁਲਿਸ ਕਮਿਸ਼ਨਰ ਪਰਮਰਾਜ ਸਿੰਘ ਉਮਰਾ ਨੰਗਲ ਨੂੰ ਜਿਹੜਾ ਹੈਗਾ ਉੱਥੇ ਡਿਪਿਊਟ ਕੀਤਾ ਜਾਂਦਾ ਹੈ। ਤੇ ਪਰਮਰਾਜ ਸਿੰਘ ਉਮਰਾ ਨੰਗਲ ਆਪਣੇ ਨਾਲ ਜਿਹੜੀ ਕਿਹੜੀ ਫੋਰਸ ਲੈ ਕੇ ਆਉਂਦਾ ਹੈ, ਕੁਛ ਆਪਣੇ ਨਿੱਜੀ ਮੋਗੇ ਵਾਲਾ SSP ਤੇ ਉਹਦੀ ਫੋਰਸ ਉਹ ਲੈ ਕੇ ਆਉਂਦੇ ਤੇ ਉੱਥੇ ਲਿਆ ਕੇ ਫਿਰ ਜਿਹੜਾ ਉਹਨੇ ਜੋ ਕੁਛ ਕੀਤਾ ਉਹ ਆਪਾਂ ਨੂੰ ਪਤਾ ਹੀ ਹੈ। ਪਹਿਲਾਂ ਕੋਟਕਪੂਰੇ ਦੇ ਵਿੱਚ ਇਹ ਸਾਰਾ ਕੁਛ ਹੋਇਆ, ਫਿਰ ਤੁਹਾਡਾ ਬਾਈਬਲ ਕਲਾਂ ਦੇ ਵਿੱਚ 2 ਬੰਦਿਆਂ ਦੀ ਮੌਤ ਹੁੰਦੀ ਹੈ। ਅੰਦੋਲਨ ਉਦੋਂ ਦੇ ਚੱਲੀ ਜਾਂਦੇ ਹੈ। ਔਰ ਇਹ 'ਚ 2-3 ਗੱਲਾਂ ਹੈ ਕਿ ਇਹ ਗੱਲ ਅਸਲ ਦੇ ਵਿੱਚ ਪਹਿਲਾਂ ਤੋਂ ਹੀ ਮਿੱਥੀ ਹੋਈ ਸੀ। ਜੇ ਇਹ ਗੱਲ ਮਿੱਥੀ ਨਾ ਹੁੰਦੀ ਤਾਂ ਦਾਨੇਵਾਲੀਆ ਸਾਹਿਬ ਜਿਹੜੀ ਜਸਟਿਸ ਰਣਜੀਤ ਸਿੰਘ ਹੋਰਾਂ ਦੀ ਰਿਪੋਰਟ ਹੈ, ਉਸ ਰਿਪੋਰਟ ਦੇ ਵਿੱਚ ਉਚੇਚੇ ਤੌਰ ਤੇ ਜ਼ਿਕਰ ਕੀਤਾ ਗਿਆ, ਜਾ ਕੇ ਉਹਨੇ ਗੱਲ ਕੀਤੀ ਹੈ ਕਿ ਜਿਹੜੇ CCTV ਕੈਮਰੇ ਸੀ ਉਹ CCTV ਕੈਮਰੇ ਪੁਲਿਸ ਵਾਲਿਆਂ ਨੇ ਇੱਥੋਂ ਖਤਮ ਕਰਤੇ ਸੀ, ਲੁਕੋ ਦਿੱਤੇ ਸੀ। ਲੇਕਿਨ ਕੁਝ CCTV ਕੈਮਰੇ ਹੋਰ ਉਹਨਾਂ ਦੇ ਹੱਥ ਲੱਗ ਗਏ ਸੀ, ਜਿਨ੍ਹਾਂ ਦੀ ਰਿਕਾਰਡਿੰਗ ਤੋਂ ਪਤਾ ਲੱਗਦਾ ਕਿ ਵਹਿਸ਼ੀ ਤਸ਼ੱਦਦ ਕੀਤਾ ਗਿਆ। ਫਿਰ ਅਗਲੀ ਗੱਲ ਜਿਹੜੀ ਐਵੀਡੈਂਸ ਔਨ ਰਿਕਾਰਡ ਹੈ, ਉਹ ਐਵੀਡੈਂਸ ਇਹ ਹੈ ਕਿ ਜਿਹੜੇ ਕੋਟਕਪੂਰਾ ਦੇ ਸਿਵਲ ਹਸਪਤਾਲ ਦੇ ਵਿੱਚ ਡਾਕਟਰ ਕੰਮ ਕਰਦੇ ਸੀ ਜਾਂ ਪੈਰਾਮੈਡੀਕਲ ਸਟਾਫ ਕੰਮ ਕਰਦਾ ਸੀ, ਜਦੋਂ ਉਹਨਾਂ ਦੇ ਬਿਆਨ ਰਿਕਾਰਡ ਕੀਤੇ ਗਏ ਤੇ ਉਹਨਾਂ ਨੇ ਦੱਸਿਆ ਜੀ ਸਾਨੂੰ ਪੁਲਿਸ ਵੱਲੋਂ ਪਹਿਲਾਂ ਹੀ ਹਦਾਇਤਾਂ ਹੋ ਗਈਆਂ ਸੀ ਕਿ ਤੁਸੀਂ ਰਾਤ ਨੂੰ ਅਲਰਟ ਰਹਿਣਾ ਜੀ, ਡਿਊਟੀ ਤੇ ਹਾਜ਼ਰ ਰਹਿਣਾ। ਤੇ ਫਿਰ ਇਹ ਗੱਲ ਕਿ ਜੀ ਤੁਸੀਂ ਕੋਠੇ ਦੇ ਛੱਤ ਦੇ ਉੱਪਰ ਚਲੇ ਜਾਓ, ਗੋਲੀ ਚੱਲ ਸਕਦੀ ਹੈ ਤੇ ਕੁਝ ਹੋ ਸਕਦਾ ਤੇ ਫਿਰ ਗੋਲੀ ਚੱਲੀ ਵੀ ਤੇ ਹੋਇਆ ਵੀ। ਇਹ ਜਿਹੜਾ ਸਾਰਾ ਕੁਝ ਹੋਇਆ ਇਹ ਅਕਸਰ ਕਿਸੇ ਦੇ ਹੁਕਮ ਨਾਲ ਤਾਂ ਹੋਇਆ ਹੋਣਾ। ਹੁਣ ਸੁਮੈਤ ਸਿੰਘ ਸੈਣੀ ਨੇ ਜੋ ਅੱਜ ਅਖਬਾਰਾਂ 'ਚ ਖਬਰ ਲੱਗੀ ਉਹ ਇਹ ਹੈ ਜੀ, ਉਹ ਜਦੋਂ ਪੁੱਛਿਆ ਵੀ ਦੱਸੋ ਹੁਕਮ ਕਿਹਦਾ ਸੀ, ਕਹਿੰਦੇ ਜੀ ਮੌਕੇ ਤੇ ਮੌਜੂਦ ਜਿਹੜੇ ਡਿਊਟੀ ਮੈਜਿਸਟ੍ਰੇਟ ਸੀ ਤਾਂ ਉਹਨਾਂ ਨੂੰ ਪਤਾ ਵੀ ਹੁਕਮ ਕਿਹਦਾ ਸੀ। ਲੇਕਿਨ ਜੇ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਪੜ੍ਹੀਏ ਜੀ ਤੇ ਉਹ ਰਿਪੋਰਟ ਤਾਂ ਕੁਛ ਹੋਰ ਹੀ ਦੱਸਦੀ ਹੈ। ਰਿਪੋਰਟ ਇਹ ਗੱਲ ਦੱਸਦੀ ਹੈ, ਜਿਹੜੀ ਐਵੀਡੈਂਸ ਆਈ ਵੀ ਹੈ, ਜਿਹੜੀ ਮੈਜਿਸਟ੍ਰੇਟਾਂ ਨੇ ਵੀ ਦਿੱਤੀ ਹੈ ਕਿ ਪਹਿਲਾਂ ਇਕੱਤਰਤਾ ਜਿਹੜੀ ਹੈਗੀ ਹੈ ਮਨਤਾਰ ਸਿੰਘ ਬਰਾੜ ਦੇ ਘਰੇ ਹੋਈ ਹੈ, ਜਿੱਥੇ ਅਫਸਰ ਇਕੱਠੇ ਹੁੰਦੇ ਹੈ, ਅਫਸਰ ਜਾ ਕੇ ਗੱਲ ਕਰਦੇ ਹੈ, ਉਹਨਾਂ ਨੂੰ ਬੁਲਾਇਆ ਗਿਆ ਜਾਂ ਅਫਸਰ ਆਪਦੀ ਆਪ ਗਏ। ਅਫਸਰਾਂ ਨੇ ਜੇ ਕੰਟੈਕਟ ਕਰਨਾ ਸੀ ਉਹਨਾਂ ਨੇ ਆਪਣੇ ਚੀਫ ਸੈਕਟਰੀ ਨਾਲ ਕਿਉਂ ਨਹੀਂ ਕੀਤਾ, ਆਪਣੇ ਹੋਮ ਸੈਕਟਰੀ ਨਾਲ ਕਿਉਂ ਨਹੀਂ ਕੀਤਾ। ਇਹ ਗੱਲ ਕਿੱਥੋਂ ਨਿਕਲ ਕੇ ਆਉਂਦੀ ਹੈ ਕਿ ਅਫਸਰਾਂ ਦੇ ਕਹਿਣ ਦੇ ਉੱਤੇ ਮਨਤਾਰ ਸਿੰਘ ਬਰਾੜ ਚੀਫ ਮਿਨਿਸਟਰ ਹਾਊਸ ਦੇ ਵਿੱਚ ਗੱਲ ਕਰਦਾ, ਚੀਫ ਮਿਨਿਸਟਰ ਦੇ ਵਿੱਚੋਂ ਪ੍ਰਕਾਸ਼ ਸਿੰਘ ਬਾਦਲ ਹੋਰਾਂ ਨਾਲ ਗੱਲ ਕਰਦਾ, ਉਹਨਾਂ ਦੇ ਸਟਾਫ ਨਾਲ ਗੱਲ ਕਰਦੇ, ਜਾਂ ਉਹਨਾਂ ਦੇ ਪੁੱਤਰ ਤੇ ਪੰਜਾਬ ਦੇ ਗ੍ਰਹਿ ਮੰਤਰੀ ਡਿਪਟੀ ਮੁੱਖ ਮੰਤਰੀ ਸਰਦਾਰ ਸੁਖਬੀਰ ਸਿੰਘ ਬਾਦਲ ਨਾਲ ਗੱਲ ਕਰਦੇ। ਇਹ ਕਿਸੇ ਨੂੰ ਕੋਈ ਪਤਾ ਨਹੀਂ। ਲੇਕਿਨ ਇਹ ਗੱਲ ਤਾਂ ਆਉਂਦੀ ਹੈ ਕਿ ਸਰਦਾਰ ਪ੍ਰਕਾਸ਼ ਸਿੰਘ ਬਾਦਲ ਗਗਨਦੀਪ ਸਿੰਘ ਬਰਾੜ ਜੀ ਦੇ ਫੋਨ ਦੇ ਜ਼ਰੀਏ ਸੁਮੈਤ ਸਿੰਘ ਸੈਣੀ ਨਾਲ ਗੱਲਬਾਤ ਕਰਦੇ। ਮਾਮਲਾ ਹਾਈ ਕੋਰਟ 'ਚ ਵੀ ਗਿਆ ਸੀ ਔਰ ਹਾਈ ਕੋਰਟ ਦੇ ਵਿੱਚ ਵੀ ਫਿਰ ਇਹ ਜੱਜ ਸਾਹਿਬ ਨੇ ਕਿਹਾ ਕਿ ਜਦੋਂ ਲਾਅ ਐਂਡ ਆਰਡਰ ਦੀ ਸਥਿਤੀ ਕੁਛ ਇਸ ਕਿਸਮ ਦੀ ਹੋਵੇ ਤਾਂ ਮੁੱਖ ਮੰਤਰੀ ਨੂੰ ਆਪਣੇ ਫਿਰ DGP ਨਾਲ ਤਾਂ ਗੱਲ ਕਰਨੀ ਪੈਂਦੀ ਹੈ, ਭਾਈ ਕੀ ਗੱਲ। ਪਰ ਉਹ ਗੱਲ ਹੈ ਕਿ ਕਿਸੇ ਦੇ ਹੋਰ ਫੋਨ 'ਤੇ ਗੱਲ ਕਿਉਂ ਹੁੰਦੀ ਹੈ, ਉਹ ਤਾਂ ਵੈਸੇ ਕਹਿ ਸਕਦੇ ਜੀ ਗੱਲ ਕਰਾਓ ਆਪਰੇਟਰ ਹੁੰਦੇ, ਉਹਦੇ 'ਤੇ ਗੱਲ ਹੋ ਸਕਦੀ ਸੀ। ਇਹ ਸਾਰਾ ਕੁਛ ਜਿਹੜਾ ਹੁੰਦਾ ਹੈ ਇਹਦੇ ਤੋਂ ਕੁਛ ਨਾ ਕੁਛ ਤਾਂ ਨਿਕਲਦਾ ਨਾ ਵੀ ਕੀ ਹੈ। ਹੁਣ ਅਸਲ ਕਹਾਣੀ ਇੱਥੇ ਫਸੀ ਪਈ ਹੈ ਕਿ ਗੋਲੀ ਚਲਾਉਣ ਦਾ ਹੁਕਮ ਕਿਹਨੇ ਦਿੱਤਾ ਸੀ। ਅੱਜ ਇੱਕ ਵਾਰੀ ਸੁਮੈਤ ਸਿੰਘ ਸੈਣੀ ਜਾ ਆਏ ਹੈ ਔਰ ਉਹਨਾਂ ਨੂੰ ਪੁੱਛਗਿੱਛ ਕਰਕੇ ਵਾਪਸ ਕਰਤਾ। ਲੇਕਿਨ ਜਿਹੜੀ ਖਬਰ ਆ ਰਹੀ ਹੈ ਉਹ ਹੈ ਕਿ ਤਸੱਲੀ ਨਹੀਂ ਹੋਈ ਹਾਲੇ ਤੱਕ, ਦੁਬਾਰਾ ਫਿਰ ਬੁਲਾਇਆ ਜਾਊਗਾ ਔਰ ਉਸ ਤੋਂ ਬਾਅਦ ਫਿਰ ਵੇਖਦੇ ਕਿ ਅੱਗੇ ਕੀ ਹੁੰਦਾ ਹੈ। ਪਰ ਇਹ ਮੇਰੇ ਖਿਆਲ ਹੈ ਵੀ ਜਿਸ ਕਿਸਮ ਦਾ ਪ੍ਰੈਸ਼ਰ ਹੈ, ਜਨਤਕ ਪ੍ਰੈਸ਼ਰ ਹੈ, ਉਸ ਪ੍ਰੈਸ਼ਰ ਦੇ ਚੱਲਦੇ ਹੁਣ ਸਰਕਾਰ ਨੂੰ ਕੁਛ ਨਾ ਕੁਛ ਕਰਨਾ ਪੈਣਾ ਹੈ। ਤੁਸੀਂ ਇਹ ਦੇਖੋ, ਜਿਹੜਾ 31 ਜੁਲਾਈ ਨੂੰ ਇਕੱਤਰਤਾ ਹੋਈ ਸੀ ਉੱਥੇ ਆਪਣੇ ਬਾਈਬਲ ਕਲਾਂ ਵਾਲੇ ਉਹ ਨਾਕੇ ਤੇ ਜਿੱਥੇ ਲੋਕ ਧਰਨੇ ਤੇ ਬੈਠੇ ਹੈ, ਉੱਥੇ ਜਿਹੜੇ ਲੋਕ ਗਏ ਸੀ ਉਹਨਾਂ ਦੇ ਵਿੱਚੋਂ ਇੱਕ ਆਪਣੇ ਸੀਗੇ, ਸ਼ਾਇਦ ਮੇਰਾ ਖਿਆਲ ਹੈ ਮਾਂਝੀ ਸਾਹਿਬ ਹੀ ਸੀ, ਹਰਜਿੰਦਰ ਸਿੰਘ ਮਾਂਝੀ ਸਾਹਿਬ। ਉਹਨਾਂ ਦੀ ਤਕਰੀਰ ਹੈ ਜਿਹੜੀ, ਉਹਨਾਂ ਦੀ ਤਕਰੀਰ ਜਿਹੜੀ ਹੈਗੀ ਉਹ ਬੜੀ ਸਖਤ ਸੀ। ਉਹਨਾਂ ਨੇ ਵਾਰ-ਵਾਰ ਕਿਹਾ ਸੀ ਆਪਣੇ ਸਪੀਕਰ ਸਾਹਿਬ ਨੂੰ, ਕੁਲਤਾਰ ਸਿੰਘ ਸੰਧਵਾ ਨੂੰ, ਕਿ ਸੰਧਵਾ ਸਾਹਿਬ
ਤੁਸੀਂ ਇਹਨਾਂ ਪੌੜੀਆਂ ਦੇ ਰਾਹੀਂ ਸੱਤਾ ਤੱਕ ਪਹੁੰਚ ਗਏ ਪਹੁੰਚੇ ਜੋ ਕੁਛ ਹੋਇਆ। ਤੇ ਲੋਕਾਂ ਨੇ ਵੋਟਾਂ ਤੁਹਾਨੂੰ ਪਾਈਆਂ, ਜਿਵੇਂ ਆਪਾਂ ਕਹਿ ਕੇ ਹਟੇ, ਰਾਘਵ ਚੱਡੇ ਨੂੰ ਨਹੀਂ। ਰਾਘਵ ਚੱਡਾ ਨਹੀਂ ਫੈਸਲਾ ਕਰ ਸਕਦਾ, ਫੈਸਲਾ ਤੁਹਾਨੂੰ ਕਰਨਾ ਪੈਣਾ। ਬੜੀ ਨਿਮਰਤਾ ਨਾਲ ਖੈਰ ਸਪੀਕਰ ਸਾਹਿਬ ਨੇ ਆਪਣਾ ਜਵਾਬ ਦਿੱਤਾ, ਟਾਈਮ ਵੀ ਮੰਗਿਆ ਉਹਨਾਂ ਨੇ ਕਿਹਾ ਕਿ ਟਾਲਾ ਨਹੀਂ ਵੱਜੂਗਾ, ਹੁਣ ਇਨਸਾਫ ਹੋਊਗਾ। ਦੇਖਦੇ ਆ ਇਨਸਾਫ ਕਿੰਨਾ ਕੁ ਹੁੰਦਾ ਹੈ ਜੀ। ਸੋ ਪ੍ਰੋਗਰਾਮ ਸ਼ਮਾਦਾਨ ਦੇ ਵਿੱਚ ਦੋ ਹੋਰ ਵਪਾਰਕ ਸਨੇਹ ਤੇ ਫਿਰ ਹਾਜ਼ਰ ਹੁੰਨੇ ਤੁਹਾਡੇ ਵਾਲੇ ਨਾਲ। ਵੀਰੋ ਧਿਆਨ ਨਾਲ ਸੁਣੋ, ਟਰੱਕ ਜਿੱਦਾਂ ਦਾ ਵੀ ਚਲਾਉਨੇ ਹੋ, ਮੈਨੂਅਲ ਜਾਂ ਆਟੋਮੈਟਿਕ, ਕੁਇਕ ਟਰੱਕ ਲਿਊਬ ਚੇਤੇ ਆਹੀ ਨਾ ਰੱਖਿਓ। ਟਰੱਕ ਦੀ ਵਧੀਆ ਸਰਵਿਸ ਲਈ ਕੁਇਕ ਟਰੱਕ ਲਿਊਬ। ਲਓ ਜੀ, ਤੀਜੀ ਲੋਕੇਸ਼ਨ ਵੀ ਖੋਲਤੀ ਆ, ਐਗਜ਼ਿਟ 579 ਫਰਮ ਹਾਈਵੇ 401 ਇਨ ਨਾਪਨੀ। ਆਹੋ ਜੀ, ਕੋਈ ਅਪਾਇੰਟਮੈਂਟ ਨਹੀਂ, ਡਰਾਈਵ ਥਰੂ ਫੈਸਿਲਿਟੀ। ਐਗਜ਼ਿਟ 579 ਫਰਮ ਹਾਈਵੇ 401 ਇਨ ਨਾਪਨੀ। ਕੁਇਕ ਟਰੱਕ ਲਿਊਬ, the one stop shop। 5196220660 ਜਾਂ quicktrucklube.com। QTL, because we care। Quick Truck Lube। ਸਟੇਟ ਲਾਈਨ ਟਰੱਕ ਐਂਡ ਟ੍ਰੇਲਰ ਵਰਜੀਨੀਆ ਸਟੇਟ ਲਾਈਨ ਤੇ ਲੈ ਕੇ ਆਏ ਨੇ ਟਰੱਕ ਐਂਡ ਟ੍ਰੇਲਰ ਰਿਪੇਅਰ ਸ਼ਾਪ। ਇੰਟਰਸਟੇਟ 81 ਦੇ ਐਗਜ਼ਿਟ 323 ਆਪੋਜ਼ਿਟ ਫਲਾਈਂਗ ਜੇ ਟਰੱਕ ਸ਼ਾਪ, ਜਿੱਥੇ ਟਰੱਕਾਂ ਦੀ ਹਰ ਤਰ੍ਹਾਂ ਦੀ ਤਸੱਲੀ ਬਖਸ਼ ਮੁਰੰਮਤ ਕੀਤੀ ਜਾਂਦੀ ਹੈ। ਇਸ ਦੇ ਨਾਲ ਹੀ ਪਾਰਕਿੰਗ ਤੇ ਆਫਿਸ ਸਪੇਸ ਵੀ ਹੈ ਉਪਲਬਧ। ਪੂਰੀ ਰਾਤ, ਹਫ਼ਤਾਵਾਰ ਜਾਂ ਮਹੀਨਾਵਾਰ ਪਾਰਕਿੰਗ ਅਤੇ ਟਰੱਕ ਰਿਪੇਅਰ ਲਈ ਜ਼ਰੂਰ ਆਓ। ਵਧੇਰੇ ਜਾਣਕਾਰੀ ਲਈ ਸੰਪਰਕ ਕਰੋ 6812600050। USA ਦੀ ਵਨ ਆਫ ਦ ਬਿਗੇਸਟ ਕਾਰ ਡੀਲਰਸ਼ਿਪ ਜੋ ਬੈਥਲਮ PH ਹੈ, ਇੱਥੇ ਤੁਹਾਨੂੰ ਆਪਣੀ ਮਨਪਸੰਦ ਕਨਵਰਟੇਬਲ SUV ਜਾਂ ਫਿਰ ਟਰੱਕ ਰੈਡੀ ਸਟਾਕ ਮਿਲਦਾ ਹੈ। ਇਹ ਤੁਹਾਨੂੰ ਤੁਹਾਡੀ ਆਪਣੀ ਮਾਂ ਬੋਲੀ ਪੰਜਾਬੀ ਵਿੱਚ ਕਾਰ ਚੂਜ਼ ਕਰਨ 'ਚ ਮਦਦ ਕਰਦੇ ਨੇ। ਤੁਸੀਂ ਕਾਲ ਕਰ ਸਕਦੇ ਹੋ ਦਿਲਬਾਗ ਜਿੰਮੀ ਨੂੰ 6105704200 ਜਾਂ 4848988100 ਤੇ, ਜਾਂ ਇਹਨਾਂ ਦੇ ਬਿਜ਼ਨਸ ਸਟਾਰ ਆਟੋ ਮਾਲ 3439 ਬਾਥ ਪਾਈਕ ਬੈਥਲਮ PA ਦੇ ਵਿੱਚ ਵਿਜ਼ਿਟ ਕਰ ਸਕਦੇ ਹੋ। ਬੈਡ ਕ੍ਰੈਡਿਟ ਨੋ ਪ੍ਰੋਬਲਮ। ਤੇ ਢਿੱਲੋਂ ਸਾਹਿਬ, ਫਿਰ ਆਮ ਆਦਮੀ ਪਾਰਟੀ ਨੇ ਵਾਅਦਾ ਕੀਤਾ ਸੀ ਜਦੋਂ ਸਾਡੀ ਸਰਕਾਰ ਬਣ ਗਈ, ਕਹਿੰਦੇ ਨੌਕਰੀਆਂ ਕਹਿੰਦੇ ਐਂ ਡਿੱਗਣਗੀਆਂ ਲੋਕਾਂ ਦੀ ਝੋਲੀ 'ਚ, ਕਹਿੰਦੇ ਜ਼ਿੰਮੇਦਾਰੀ ਜਦੋਂ ਖੇੜਾ ਪਾਉਂਦਾ ਉਦੋਂ ਪੈਸੇ ਛਣਕਦੇ ਆ ਪੀਪੇ 'ਚ। ਇਹ ਤਾਂ ਪੁੱਠਾ ਹੀ ਕੰਮ ਹੋ ਗਿਆ ਜੀ। ਦੇਖੋ, ਜਦੋਂ ਬੰਦਾ ਆਪੋਜੀਸ਼ਨ ਦੇ ਵਿੱਚ ਹੁੰਦਾ ਹੈ ਉਦੋਂ ਨੂੰ ਇਹ ਹੁੰਦਾ ਕਿ ਜਦੋਂ ਰਾਜ ਭਾਗ ਹੱਥ 'ਚ ਆ ਗਿਆ ਤੇ ਜੋ ਮਰਜ਼ੀ ਆਪਾਂ ਕਰੀ ਜਾਈਏ ਉਹ ਕਰ ਸਕਦੇ ਜੀ। ਹਕੂਮਤ ਚੀਜ਼ ਹੀ ਇਹੋ ਜਿਹੀ ਹੁੰਦੀ ਹੈ। ਮੈਂ ਅੱਜ ਦੋ ਮਿਸਾਲਾਂ ਦੇਣੀਆਂ ਚਾਹੂੰਗਾ। ਇੱਕ ਮਿਸਾਲ ਮੈਂ ਤੁਹਾਨੂੰ ਸ਼ਾਇਦ ਪਹਿਲਾਂ ਯਾਦ ਹੋਣੀ ਹੈ ਤੁਹਾਡੇ, ਕਿ ਜਦੋਂ ਸਰਦਾਰ ਪ੍ਰਕਾਸ਼ ਸਿੰਘ ਬਾਦਲ ਪਹਿਲੀ ਵਾਰੀ ਚੀਫ ਮਿਨਿਸਟਰ ਬਣਦੇ ਹੈ ਜੀ, ਮਾਹੌਲ ਬਣ ਗਿਆ ਕਿ ਚੀਫ ਮਿਨਿਸਟਰ ਬਣ ਸਕਦੇ ਹੈ। ਤੇ ਬਾਦਲ ਪਰਿਵਾਰ ਨੂੰ ਸੁਨੇਹਾ ਲੱਗਿਆ, ਬਜ਼ੁਰਗਾਂ ਨੂੰ ਪਿੰਡ 'ਚ, ਜੀ, ਕਿ ਜੀ ਆਪਣੇ ਕਾਕਾ ਜੀ ਚੀਫ ਮਿਨਿਸਟਰ ਬਣ ਸਕਦੇ ਤੇ ਤੁਸੀਂ ਪਹੁੰਚੋ। ਬਾਦਲ ਸਾਹਿਬ ਦੇ ਪਿਤਾ ਜੀ ਸਰਦਾਰ ਰਘੂਰਾਜ ਸਿੰਘ ਵੀ ਪਹੁੰਚ ਜਾਂਦੇ ਹੈ ਜੀ। ਇਹਨਾਂ ਦੇ ਚਾਚਾ ਸ਼੍ਰੀ ਜਿਹੜੇ ਪੋਲੀਟੀਕਲ ਇਹਨਾਂ ਦੇ ਗੁਰੂ ਵੀ ਕਹਿ ਸਕਦੇ ਆਪਾਂ, ਸਰਦਾਰ ਤੇਜਾ ਸਿੰਘ ਹੋਣੀ ਪਹੁੰਚ ਜਾਂਦੇ ਆ, ਪਰਿਵਾਰਕ ਮੈਂਬਰ ਹੋਰ ਵੀ ਪਹੁੰਚ ਜਾਂਦੇ ਜੀ। ਔਰ ਉਹਨਾਂ ਨੂੰ 2-3 ਦਿਨ ਉੱਥੇ ਦਿੱਲੀ 'ਚ ਚੰਡੀਗੜ੍ਹ 'ਚ ਲੱਗ ਜਾਂਦੇ ਹੈ, ਕਿਉਂਕਿ ਆਦਤ ਬਾਹਰ ਰਹਿਣ ਦੀ ਨਹੀਂ ਸੀ ਜੀ। ਸਰਦਾਰ ਰਘੂਰਾਜ ਸਿੰਘ ਬਾਦਲ ਸਾਹਿਬ ਦੇ ਪਿਤਾ ਸ਼੍ਰੀ ਕਹਿੰਦੇ ਤੇਜਾ ਸੁਣ ਵੀ ਯਾਰ ਵੀ ਨਹੀਂ, ਹੁਣ ਤਾਂ ਅੱਕੇ ਪਏ ਆ, ਚੱਲ ਪਿੰਡ ਚਲੀਏ। ਉਹ ਕਹਿੰਦਾ ਯਾਰ ਪਿੰਡ ਨਹੀਂ ਜਾ ਸਕਦੇ, ਆਪਣੇ ਮੁੰਡੇ ਨੇ ਚੀਫ ਮਿਨਿਸਟਰ ਬਣਨਾ ਹੈ। ਤੇ ਉਹ ਕਹਿੰਦੇ ਫਿਰ ਆਪਾਂ ਨੂੰ ਫਾਇਦਾ ਕੀ ਹੋਊ ਜੇ ਚੀਫ ਮਿਨਿਸਟਰ ਬਣ ਗਿਆ। ਤੇ ਤੇਜਾ ਸਿੰਘ ਹੋਣੀ ਕਹਿੰਦੇ ਵੀ ਚੀਫ ਮਿਨਿਸਟਰ ਜਦੋਂ ਸਾਹ ਲੈਂਦਾ ਹੈ, ਸਾਹ ਲੈਣ ਤੋਂ ਬਾਅਦ ਜਦੋਂ ਛੱਡਦਾ ਹਵਾੜ ਕੱਢਦਾ, ਜਿਹਨੂੰ ਆਪਾਂ ਕਾਰਬਨ ਡਾਈਆਕਸਾਈਡ ਕਹਿੰਦੇ ਨੇ, ਉਹਨੂੰ ਹਵਾੜ ਕਹਿੰਦੇ ਪੰਜਾਬੀ 'ਚ। ਉਹ ਹਵਾੜ ਕਹਿੰਦੇ ਜਿੱਧਰ ਨੂੰ ਜਾਂਦੀ ਹੈ ਨਾ ਤਬਾਹ ਕਰ ਦਿੰਦੀ ਹੈ। ਤੇ ਬਜ਼ੁਰਗ ਕਹਿੰਦੇ ਫਿਰ ਕੋਈ ਗੱਲ ਨਹੀਂ, ਰਹਿ ਪੈਨੇ ਆਪਾਂ ਜੇ ਇੰਨੀ ਪਾਵਰ ਹੈ। ਇਹੀ ਚੀਜ਼ ਜੇ ਆਪਾਂ ਦੇਖੀਏ ਤਾਂ ਅਟਲ ਬਿਹਾਰੀ ਵਾਜਪਾਈ ਨੇ ਵੀ ਇੱਕ ਵਾਰੀ ਕਹੀ ਸੀ ਜੀ। ਅਟਲ ਬਿਹਾਰੀ ਵਾਜਪਾਈ ਹੋਰੀ ਕਿਉਂਕਿ ਰਾਈਟ ਵਿੰਗ ਦੇ ਆਗੂ ਸੀ, ਔਰ ਉਹ ਜਦੋਂ 1977 ਦੇ ਵਿੱਚ ਜਨਤਾ ਪਾਰਟੀ ਦੀ ਸਰਕਾਰ ਬਣਦੀ ਹੈ ਜੀ, ਉਸ ਸਰਕਾਰ ਦੇ ਵਿੱਚ ਮੁਰਾਰਜੀ ਦੇਸਾਈ ਦੇ ਨਾਲ ਵਿਦੇਸ਼ ਮੰਤਰੀ ਬਣ ਗਏ ਸੀ। ਉਹ ਤੋਂ ਪਹਿਲਾਂ ਉਹ ਹਮੇਸ਼ਾ ਭਾਰਤ ਦੀ ਵਿਦੇਸ਼ ਨੀਤੀ ਦੀ ਆਲੋਚਨਾ ਕਰਦੇ ਹੁੰਦੇ ਸੀ, ਔਰ ਇਹ ਆਲੋਚਨਾ ਇਸ ਕਰਕੇ ਕਰਦੇ ਹੁੰਦੇ ਸੀ ਕਿਉਂਕਿ ਭਾਰਤ ਦੀ ਵਿਦੇਸ਼ ਨੀਤੀ ਹੈ ਜਿਹੜੀ ਜੀ, ਉਹ ਸਿੱਧਤ ਉਹਨੂੰ ਕਹਿੰਦੇ ਕਿ ਉਹ ਗੁੱਟ ਨਿਰਲੇਪ ਲਹਿਰ ਸੀ। ਲੇਕਿਨ ਗੁੱਟ ਨਿਰਲੇਪ ਲਹਿਰ ਦੇ ਨਾਲ ਭਾਵੇਂ ਉਹ ਚੱਲਦੇ ਸੀ, ਤੇ ਉਹਦਾ ਜਿਹੜਾ ਮੁੱਖ ਅੰਸ਼ ਸੀ ਵਿਦੇਸ਼ ਨੀਤੀ ਦਾ, ਉਹ ਸੀ ਕਿ ਦੱਖਣੀ ਏਸ਼ੀਆ ਦੇ ਵਿੱਚ ਜੀ ਭਾਰਤ ਨੂੰ ਇੱਕ ਸ਼ਕਤੀਸ਼ਾਲੀ ਦੇਸ਼ ਬਣਾਉਣਾ। ਔਰ ਉਹ ਸ਼ਕਤੀਸ਼ਾਲੀ ਦੇਸ਼ ਤਾਂ ਹੀ ਬਣ ਸਕਦਾ ਸੀ ਜੇ ਉਹ ਪਾਕਿਸਤਾਨ ਤੋਂ ਪਾਸੇ ਜਾਊ, ਕਿਉਂਕਿ ਅਮਰੀਕਾ ਦੀ ਨੇੜਤਾ ਪਾਕਿਸਤਾਨ ਨਾਲ ਸੀ।
ਔਰ ਉਸ ਵੇਲੇ ਫਿਰ ਭਾਰਤ ਦੀ ਨੇੜਤਾ ਸੋਵੀਅਤ ਯੂਨੀਅਨ ਨਾਲ ਹੋ ਗਈ ਸੀ, ਜਿਹੜਾ ਅੱਜ ਦਾ ਰੂਸ ਹੈ, ਤੇ ਉਹ ਨੇੜਤਾ ਅੱਜ ਤੱਕ ਵੀ ਹੈ। ਬਿਲਕੁਲ। ਆ ਯੂਕਰੇਨ ਦੀ ਤੇ ਰੂਸ ਦੀ ਲੜਾਈ ਦੇ ਵਿੱਚ ਤੁਸੀਂ ਦੇਖੋ ਜੋ ਭਾਰਤ ਦਾ ਸਟੈਂਡ ਹੈ ਇਹ ਉਸੇ ਦਾ ਹੀ ਸੀ। ਪਰ ਉਸ ਨੀਤੀ ਦੀ ਜਿਹੜੀ ਵਿਦੇਸ਼ ਨੀਤੀ ਦੀ ਆਲੋਚਨਾ ਕਰਦੇ ਹੁੰਦੇ ਸੀ ਇਹ ਵਾਜਪਾਈ ਸਾਹਿਬ, ਤੇ ਵਾਜਪਾਈ ਸਾਹਿਬ ਜਦੋਂ ਵਿਦੇਸ਼ ਮੰਤਰੀ ਬਣ ਗਏ ਉਹਨਾਂ ਨੇ ਆਪਣੀ ਪਹਿਲੀ ਪ੍ਰੈਸ ਕਾਨਫਰੰਸ ਕੀਤੀ ਜੀ, ਤੇ ਪਹਿਲੀ ਪ੍ਰੈਸ ਕਾਨਫਰੰਸ ਦੇ ਵਿੱਚ ਹੀ ਉਹ ਰੂਸ ਦੇ ਸੋਲੇ ਗਾਉਣ ਲੱਗ ਪਏ। ਪੱਤਰਕਾਰਾਂ ਨੇ ਪੁੱਛਿਆ ਵੀ ਮਹਾਰਾਜ ਆ ਕੀ ਹੋ ਗਿਆ ਜੀ, ਮਹੀਨਾ ਕੁ ਪਹਿਲਾਂ ਤੁਸੀਂ ਕੁਝ ਹੋਰ ਕਹਿੰਦੇ ਹੁੰਦੇ ਸੀ ਤੇ ਹੁਣ ਕੀ ਹੋ ਗਿਆ, ਤੇ ਅੱਜ ਹੋਰ ਕੀ ਕਹਿੰਦੇ? ਉਹ ਕਹਿੰਦਾ ਵੀ ਉਦੋਂ ਮੈਂ ਆਪੋਜੀਸ਼ਨ ਦੇ ਵਿੱਚ ਸੀ, ਮੈਂ ਸੱਤਾ 'ਚ ਨਹੀਂ ਸੀ। ਉਹ ਕਹਿੰਦੇ ਫਰਕ ਕੀ ਪਿਆ? ਪੱਤਰਕਾਰ ਪੁੱਛਦੇ। ਉਹ ਕਹਿੰਦੇ ਵੀ ਜਦੋਂ ਆਪੋਜੀਸ਼ਨ ਦੇ ਵਿੱਚ ਆ ਬੈਠ ਕੇ ਜੋ ਮਰਜ਼ੀ ਛੁੱਟੀਆਂ ਛੱਡੀ ਜਾਓ, ਕਿਹੜਾ ਤੁਹਾਡੇ ਤੇ ਕੋਈ ਜ਼ਿੰਮੇਵਾਰੀ ਹੋਣੀ ਜੀ। ਉਹ ਕਹਿੰਦੇ ਵੀ ਆਹ ਵੀ ਕਰ ਸਕਦੇ ਅਸੀਂ, ਚੰਦ ਤਾਰੇ ਤੋੜ ਕੇ ਲਿਆ ਸਕਦੇ ਹਾਂ। ਹੁਣ ਜਦੋਂ ਕਹਿੰਦਾ ਜਦੋਂ ਆ ਕੇ ਦੇਖਿਆ ਤੇ ਸਾਰਾ ਰਿਕਾਰਡ ਦੇਖਿਆ, ਫਾਈਲਾਂ ਖੋਲ ਕੇ ਦੇਖੀਆਂ, ਭਾਰਤ ਦਾ ਜਿਹੜਾ ਜਿਹੜੀ ਡਿਫੈਂਸ ਪ੍ਰਣਾਲੀ ਹੈ ਤਾਂ ਨਿਰਭਰ ਹੀ ਰੂਸ ਤੇ। ਔਰ ਸਾਨੂੰ ਉਹ ਇੰਡਸਟਰੀ ਦੇ ਵਿੱਚ ਤੇ ਬਾਕੀ ਜਿਹੜੇ ਹੈਗੇ ਆ ਡਿਵੈਲਪਮੈਂਟ ਦੇ ਕੰਮਾਂ ਦੇ ਵਿੱਚ ਉਹ ਸਹਿਯੋਗ ਕਿਵੇਂ ਦਿੰਦੇ ਹੈ, ਕੌਮਾਂਤਰੀ ਪੱਧਰ ਦੇ ਉੱਤੇ ਸਾਡੇ ਨਾਲ ਖੜਦੇ ਕਿਵੇਂ, ਅਸੀਂ ਉਹਨਾਂ ਤੋਂ ਬਗੈਰ ਚੱਲ ਹੀ ਨਹੀਂ ਸਕਦੇ। ਇਸ ਕਰਕੇ ਕਹਿੰਦੇ ਵੀ ਹੁਣ ਮੈਂ ਰਾਜ ਭਾਗ 'ਚ ਰਾਜ ਭਾਗ ਦੀ ਸਥਿਤੀ ਹੋਰ ਹੁੰਦੀ ਹੈ ਤੇ ਆਪੋਜੀਸ਼ਨ ਦੇ ਵਿੱਚ ਸਥਿਤੀ ਹੋਰ ਹੁੰਦੀ ਹੈ। ਹੁਣ ਇਹ ਚੀਜ਼ ਹੀ ਜਿਹੜੀ ਹੈ ਲਾਗੂ ਹੁੰਦੀ ਹੈ ਆਮ ਆਦਮੀ ਪਾਰਟੀ ਦੀ। ਭਗਵੰਤ ਸਿੰਘ ਮਾਨ ਹੋਰੀ ਵੀ ਕਹਿੰਦੇ ਹੁੰਦੇ ਸੀ ਹਰਾ ਪਹਿਨਾ ਲੈਂਦੇ ਹੋ ਹੱਥ, ਚੱਕ ਦਿਆਂਗੇ ਫੱਟੇ, ਸਭ ਤੋਂ ਪਹਿਲਾਂ ਹੁਕਮ ਹੀ ਕਰਾਂਗੇ। ਉਦੋਂ ਇਹ ਲੱਗਦਾ ਸੀ ਕਿ ਜਿਹੜਾ ਹੁਕਮ ਕਰ ਦਿਆਂਗੇ ਬਸ ਉਹ ਹੁਕਮ ਹੀ ਹੋ ਜਾਣਾ, ਇਕੱਲਾ ਹੁਕਮ ਹੀ ਹੈ, ਇਲਾਹੀ ਹੁਕਮ। ਜਿਵੇਂ ਆਪਾਂ ਕਹਿੰਦੇ ਰੱਬ ਦੇ ਘਰੋਂ ਸੁਨੇਹਾ ਆ ਗਿਆ, ਬੱਚਾ ਪੈਦਾ ਕਿਸੇ ਦੇ ਹੋ ਗਿਆ ਤਾਂ ਰੱਬ ਦੀ ਕਿਰਪਾ ਹੋ ਗਈ। ਜੇ ਬੰਦਾ ਚੜ੍ਹਾਈ ਕਰ ਗਿਆ ਤਾਂ ਜੀ ਰੱਬ ਨੂੰ ਮਨਜ਼ੂਰ ਸੀ, ਇਹ ਤੈਨੂੰ ਰੱਬ ਲੈ ਗਿਆ। ਉਹ ਆਪਾਂ ਹੁਣ ਉਹਦੇ ਬਹੁਤੇ ਕਾਰਨਾਂ ਵਿੱਚ ਨਹੀਂ ਜਾਂਦੇ, ਚਲੋ ਠੀਕ ਆ ਵੀ ਉਹ ਸਾਰੀ ਗੱਲ ਹੁੰਦੀ। ਉਵੇਂ ਜਿਵੇਂ ਇਹ ਸੀਗਾ ਜੀ ਤਾਂ ਆਪਾਂ ਜਿਵੇਂ ਇਲਾਹੀ ਹੁਕਮ ਹੋਊਗਾ ਜਿਹੜਾ ਕਰ ਦਿਆਂਗੇ। ਇਹ ਗੱਲ ਕੇਜਰੀਵਾਲ ਨੂੰ ਕਹਿੰਦੇ ਹੁੰਦੇ ਸੀ। ਹਾਲਾਂਕਿ ਭਗਵੰਤ ਸਿੰਘ ਮਾਨ ਹੋਰਾਂ ਨੂੰ ਤਾਂ ਸਟੇਟ ਪੋਲਿਟਿਕਸ ਦਾ ਤਜਰਬਾ ਨਹੀਂ ਸੀ, ਉਹਨਾਂ ਨੇ ਤਾਂ ਕਦੇ ਵਿਚਾਰੇ ਨੇ ਮੇਰੇ ਖਿਆਲ ਭਗਵੰਤ ਸਿੰਘ ਮਾਨ ਨੇ ਤਾਂ ਪੰਚਾਇਤ ਵੀ ਨਹੀਂ ਚਲਾਈ ਸੀ। ਰਾਜ ਸਰਕਾਰ ਚਲਾਉਣੀ ਤਾਂ ਬਹੁਤ ਵੱਡੀ ਗੱਲ ਹੁੰਦੀ ਹੈ, ਲੇਕਿਨ ਕੇਜਰੀਵਾਲ ਹੋਰੀ ਤਾਂ ਰਾਜ ਸਰਕਾਰ ਚਲਾ ਰਹੇ ਸੀ। ਉਹਨਾਂ ਨੂੰ ਪਤਾ ਸੀ ਇਸ ਗੱਲ ਦਾ ਕਿ ਕਿਵੇਂ ਹੋ ਜੂ, ਤੇ ਉਹਨਾਂ ਨੇ ਕਿਵੇਂ ਕਹਿਤਾ ਸੀ ਕਿ ਜੀ 24 ਘੰਟਿਆਂ ਦੇ ਵਿੱਚ ਬੇਅਦਬੀ ਵਾਲਿਆਂ ਨੂੰ ਟੰਗ ਦਿਆਂਗੇ। ਅੱਜ ਤੱਕ ਨਹੀਂ ਟੰਗਿਆ ਗਿਆ। ਆਪਾਂ ਗੱਲ ਕਰਕੇ ਹਟੇ, ਸੁਮੇਧ ਸਿੰਘ ਸੈਣੀ ਨਹੀਂ ਠੀਕ ਆਇਆ ਹਾਲੇ ਤੱਕ ਤਾਂ, ਉਹ ਤਾਂ ਪੁੱਛ ਪੜਤਾਲ ਕੀ ਕਰਨੀ ਹੈ ਵਗੈਰਾ ਵਗੈਰਾ। ਇਵੇਂ ਜਿਵੇਂ ਇਹਨਾਂ ਨੇ ਕਿਹਾ ਸੀ ਕਿ ਸਾਰਿਆਂ ਦੀਆਂ ਨੌਕਰੀਆਂ ਪੱਕੀਆਂ ਕਰ ਦਿਆਂਗੇ, ਪਾਉ-ਬਾਰਾਂ ਹੋ ਜਾਣਗੀਆਂ ਸਾਰੀਆਂ, ਤੁਸੀਂ ਦੇਖੋ ਸਹੀ। ਲੇਕਿਨ ਜਦੋਂ ਹੁਣ ਦੇਖਿਆ ਵੀ ਕਿ ਤਨਖਾਹਾਂ ਕਿੱਥੋਂ ਦੇਵਾਂਗੇ, ਕੀ ਕੁਛ ਕਰਾਂਗੇ। ਹੁਣ ਪਿਛਲੇ ਦਿਨਾਂ ਦੇ ਵਿੱਚ ਇਹ ਹੈ ਕਿ ਪਟਵਾਰੀਆਂ ਨੇ ਬੜੀ ਵੱਡੀ ਹੜਤਾਲ ਕੀਤੀ ਸੀ ਜੀ। ਉਹ ਇਹੀ ਕਹਿੰਦੇ ਸੀ ਕਿ ਇੱਕ ਪਟਵਾਰੀ ਦੇ ਕੋਲੇ 15 ਸਰਕਲ ਹੈ, ਅਸੀਂ ਕੰਮ ਕਿਵੇਂ ਕਰੀਏ। ਦੂਜੇ ਪਾਸੇ ਆਪਣੇ ਵਾਲਾ ਮਹਿਕਮਾ ਦਾ ਸੀ, ਪਟਵਾਰੀਆਂ ਨੇ ਜੇ ਪ੍ਰਾਈਵੇਟ ਬੰਦੇ ਰੱਖੇ ਹੁੰਦੇ ਸੀ ਕੰਮ ਕਰਨ ਵਾਲੇ, ਉੱਥੇ ਆਪਾਂ ਕੈਮਰੇ ਲੈ ਕੇ ਪਹੁੰਚ ਜਾਂਦੇ ਸੀ ਜੀ ਪ੍ਰਾਈਵੇਟ ਬੰਦਾ ਕਿਉਂ ਕੰਮ ਕਰਦਾ। ਕਈ ਤਾਂ ਮਤਲਬ ਸਾਡੇ ਬੰਦੇ ਆਪਦਾ ਲੰਗਰ ਪਾਣੀ ਵੀ ਉੱਥੇ ਹੀ ਚਲਾਉਂਦੇ ਸੀ, ਪਟਵਾਰੀਆਂ ਤੋਂ ਪੈਸੇ ਲੈ ਲੈਂਦੇ। ਇੱਥੇ ਬਠਿੰਡੇ ਆਪਣੇ ਕੋਲੇ ਸ਼ਿਕਾਇਤਾਂ ਆਉਂਦੀਆਂ ਰਹੀਆਂ ਕਿ ਜੀ ਸਾਨੂੰ ਤੰਗ ਕਰਦੇ ਆ, ਪੱਤਰਕਾਰ ਆ ਕੇ ਗੱਲ ਕਰੋ। ਖੈਰ ਉਹ ਸਾਰਾ ਕੁਝ ਚੱਲਦਾ ਰਿਹਾ। ਇਹਨਾਂ ਨੇ ਹੁਣ ਜੀ ਕਹਿੰਦੇ ਆਪਾਂ ਨਵੀਆਂ ਪੋਸਟਾਂ ਕੱਢ ਦਿੰਦੇ ਹਾਂ, ਪਟਵਾਰੀਆਂ ਦੀਆਂ ਪੋਸਟਾਂ ਕੱਢ ਦਿੰਦੇ ਹਾਂ। ਫਿਰ ਇਹ ਹੈ ਹੁਣ ਪਟਵਾਰੀ ਭਰਤੀ ਵੀ ਕੀਤੇ ਆ, ਟ੍ਰੇਨਿੰਗ ਵੀ ਹੋਈ ਜਾਂਦੀ ਹੈ। ਬਠਿੰਡੇ ਵੀ ਟ੍ਰੇਨਿੰਗ ਸਕੂਲ ਖੁੱਲ੍ਹ ਗਿਆ, ਉੱਥੇ ਟ੍ਰੇਨਿੰਗ ਕਰਾਉਣਗੇ। ਲੇਕਿਨ ਫਿਰ ਇਹ ਆ ਗਈ ਸੀ ਕਿ ਜੀ ਚਲੋ ਜਿੰਨੀ ਦੇਰ ਤੱਕ ਇਹ ਨਵੇਂ ਮੁੰਡੇ ਨਹੀਂ ਟ੍ਰੇਨਡ ਹੁੰਦੇ, ਪੁਰਾਣੀ ਭਰਤੀ ਕਰ ਲਓ। ਪਟਵਾਰੀ ਕਾਨੂੰਨ ਕੋ ਭਰਤੀ ਕਰਕੇ ਕੰਮ ਉਹਨਾਂ ਰਾਹੀਂ ਚਲਾਇਆ ਗਿਆ। ਹੁਣ ਜਿਹੜੀਆਂ ਇਸ ਵੇਲੇ ਦੀ ਸਥਿਤੀ ਹੈ ਦਾਨੇਲਗਿਆ ਸਾਹਿਬ ਜੀ, ਕਿ ਪਟਵਾਰੀਆਂ ਦੀਆਂ ਜਿਹੜੀਆਂ ਪੰਜਾਬ ਦੇ ਵਿੱਚ ਕੁੱਲ ਅਸਾਮੀਆਂ ਕਹਿੰਦੇ ਜੀ ਉਹ ਇਹਨਾਂ ਨੇ ਈਜਾਦ ਕੀਤੀਆਂ ਸੀ 4716 ਜੀ। 4716 ਜਿਹੜੀਆਂ ਸੀ ਤੇ 4716 ਦੇ ਵਿੱਚੋਂ ਘਟਾਤੀਆਂ 1056 ਤੇ ਰਹਿ ਗਈਆਂ ਜੀ ਹੁਣ 3600 ਤੇ 60। ਬਸ 4716 ਦੀ ਬਜਾਏ 25 ਪੈਸੇ ਚੱਕਦੀਆਂ ਜੀ। 3660 ਪਟਵਾਰੀ ਹੈ ਜਿਹੜੇ ਉਹ ਆਉਣਗੇ ਤੇ ਪਿੰਡ ਹੈਗੇ ਜੀ 12000। ਨਹੀਂ ਜੀ ਨਹੀਂ, ਜਿਹੜਾ ਤੁਸੀਂ ਦੂਜਾ ਦੇਖੋ ਪੰਜਾਬ ਦੇ ਵਿੱਚ ਜਿਹੜੇ ਕਿੰਨੇ ਹੈ, ਕਿਸੇ ਜ਼ਮਾਨੇ 'ਚ 13 ਹੁੰਦੇ ਸੀ। ਜਦੋਂ ਇੰਨੇ ਆ ਜਿਹੜੇ ਸਰਕਲਾਂ ਦੀ ਆਪਾਂ ਗੱਲ ਕਰਦੇ ਹਾਂ ਇੰਨੇ ਪਟਵਾਰੀ ਹੁੰਦੇ ਸੀ, ਉਦੋਂ ਜ਼ਿਲ੍ਹੇ ਹੁੰਦੇ ਸੀ 13। ਹੁਣ 13 ਤੋਂ ਵੱਧ ਕੇ ਹੋ ਗਏ 23। ਪਹਿਲਾਂ ਪੰਜਾਬ ਦੇ ਵਿੱਚ ਤਹਿਸੀਲਾਂ ਹੁੰਦੀਆਂ ਸੀ 62 ਤੇ ਹੁਣ 62 ਤੋਂ ਵੱਧ ਕੇ ਹੋ ਗਈਆਂ 96। ਦੇਖੋ ਕਿੰਨਾ ਫਰਕ। ਬਲਾਕ ਕਿੰਨੇ ਵੱਧ ਗਏ? ਬਲਾਕ ਵੱਧ ਗਏ। ਹੁਣ ਜੇ ਤਹਿਸੀਲਾਂ ਤੇ ਜ਼ਿਲ੍ਹਿਆਂ ਨਾਲ ਹੈ ਨਾ ਤਲਕ ਪਟਵਾਰੀਆਂ ਦਾ, ਤਹਿਸੀਲਾਂ ਵੱਧ ਗਈਆਂ, ਜ਼ਿਲ੍ਹੇ ਵੱਧ ਗਏ। ਪਟਵਾਰੀਆਂ ਦੇ ਉਸੇ ਹਿਸਾਬ ਦੇ ਨਾਲ ਨਫਰੀ ਵਧਣੀ ਚਾਹੀਦੀ ਸੀ। ਲੇਕਿਨ ਨਫਰੀ ਕੀ ਹੈ? ਨਫਰੀ ਘਟ ਰਹੀ ਹੈ। ਹੁਣ ਇੱਕ ਪਟਵਾਰੀ ਨੂੰ ਕਿੰਨੇ ਸਰਕਲ ਆਉਣਗੇ ਜੀ? ਇੱਕ ਪਟਵਾਰੀ ਨੂੰ ਕਈ ਸਰਕਲ ਆਉਣਗੇ ਵੀ ਤੁਸੀਂ ਉੱਥੇ ਕੰਮ ਕਰੋ। ਉਹ ਫਿਰ ਕੰਮ ਕਰਨਗੇ ਕਿ ਨਹੀਂ? ਜਿਹੜੀਆਂ ਇਹ ਪੋਸਟਾਂ ਕਹਿੰਦੇ ਜਿਵੇਂ ਪਟਵਾਰੀ ਰਿਟਾਇਰ ਹੋ ਜਾਣਗੇ
ਉਹ ਪਟਵਾਰੀ ਆਪਣਾ ਸੌਰੀ ਜਿਵੇਂ ਜਿਵੇਂ ਮਤਲਬ ਉਹਨਾਂ ਦਾ ਹੈਗਾ ਸਿਲਸਿਲਾ ਇਹਨਾਂ ਪੋਸਟਾਂ ਖਤਮ ਹੀ ਕਰਤੀਆਂ। ਉਹ ਡਾਈਂਗ ਕੇਡਰ ਬਣਾਤਾ ਵੀ ਜਿਹੜਾ ਬੰਦਾ ਮਰ ਗਿਆ ਤੇ ਉਹਦਾ ਕੇਡਰ ਮਰ ਗਿਆ ਉਹਦੇ ਨਾਲ ਹੀ ਪੋਸਟ ਹੀ ਖਤਮ। ਨਹੀਂ ਆ ਜਿਹੜੀ ਉਹ ਵੀ ਹੈ ਜਿਹੜੀ ਡਾਈਂਗ ਕੇਡਰ ਵਾਲੀ ਗੱਲ ਹੈ ਨਾ, ਜਿਹੜੇ ਕੱਲ ਇਹਨਾਂ ਨੇ ਇੱਕ ਹੋਰ ਕੀਤੀ ਹੈ ਗੱਲ, ਬਹੁਤ ਵਧੀਆ ਕੀਤੀ ਹੈ ਭਗਵੰਤ ਸਿੰਘ ਮਾਨ ਨੇ ਕਿ ਜੀ ਖਰਚਾ ਘਟਾਇਆ ਜਾਵੇ। ਇਹ ਜਿਵੇਂ ਸਿਪਾਹੀ ਹੋ ਗਏ, ਪਟਵਾਰੀ ਹੋ ਗਏ, ਲਾਈਨਮੈਨ ਹੋ ਗਏ, ਪਾਰਾ ਮੈਡੀਕਲ ਸਟਾਫ ਹੋ ਗਿਆ, ਇਹਦੀ ਲੋਕਾਂ ਨੂੰ ਲੋੜ ਹੈ। ਇਹਦਾ ਨੈਸੈਸਿਟੀ ਹੈ, ਟੀਚਰਾਂ ਦੀ ਜ਼ਰੂਰਤ ਹੈ ਜੀ, ਅਫਸਰਾਂ ਦੀ ਲੋੜ ਨਹੀਂ। ਲੇਕਿਨ ਇੱਥੇ ਹੋਇਆ ਕੀ, ਇਹ ਉਲਟਾ ਕੰਮ ਹੋ ਗਿਆ, ਅਫਸਰ ਵੱਧ ਗਏ। ਪਬਲਿਕ ਸਰਵਿਸ ਕਮਿਸ਼ਨ ਦੇ 10 ਮੈਂਬਰ ਹੈ। ਕਿਸੇ ਜ਼ਮਾਨੇ ਦੇ ਵਿੱਚ 3 ਮੈਂਬਰ ਹੁੰਦੇ ਸੀ, ਸਮੇਤ ਚੇਅਰਮੈਨ ਦੇ ਕੰਮ ਉਦੋਂ ਵੀ ਚੱਲੀ ਜਾਂਦਾ ਸੀ। ਬਿਲਕੁਲ। ਹੁਣ ਜਿਹੜੇ 10-10 ਮੈਂਬਰ ਲਾਉਂਦੇ ਹੈ, ਇਕੱਲੇ ਪਬਲਿਕ ਸਰਵਿਸ ਕਮਿਸ਼ਨ ਨਹੀਂ, ਸਾਰੇ ਕਮਿਸ਼ਨਾਂ ਦੇ ਲਾ ਲਓ, ਉਹ ਕਾਹਦੀ ਖਾਤਰ ਹੈ? ਉਹ ਉਹਨਾਂ ਦੀ ਪੋਲੀਟੀਕਲ ਰਿਹੈਬਿਲਿਟੇਸ਼ਨ ਹੈ। ਉਹਨਾਂ ਨੂੰ ਰਾਜਸੀ ਜਿਹੜੀ ਹੈਗੀ ਹੈ ਮੁੜ ਵਸੇਬਾ ਹੁੰਦਾ ਹੈ ਕਿ ਬੰਦੇ ਨੂੰ ਟਿਕਟ ਨਹੀਂ ਦੇ ਸਕਦੇ, ਤੈਨੂੰ ਇਸ ਪਾਸੇ ਲਾਤਾ ਜੀ, ਕਾਰ ਕੋਠੀ ਤਨਖਾਹ ਵਗੈਰਾ ਸਾਰਾ ਉਹਨਾਂ ਨੂੰ ਮਿਲਣੀ ਹੈ, ਉਹ ਲਈ ਜਾਂਦੇ ਆ, ਨਾਲ ਟੌਰ ਟੱਪਾ ਹੈ। ਔਰ ਬਹੁਤ ਸਾਰੀਆਂ ਤਾਂ ਕਮਿਸ਼ਨ ਇਹੋ ਜਿਹੇ ਹੈ ਕਿ ਕਾਰਪੋਰੇਸ਼ਨਾਂ ਘੱਟ ਵਿੱਚ ਜਾ ਰਹੀਆਂ ਜੀ, ਲੇਕਿਨ ਉਹਨਾਂ ਦੇ ਚੇਅਰਮੈਨ ਬਣਾਏ ਹੋਏ। ਉੱਥੇ ਜੇ ਘਟਾਉਣ ਤਾਂ ਸਾਨੂੰ ਉਹਦੇ ਤੇ ਕੋਈ ਇਤਰਾਜ਼ ਨਹੀਂ, ਸਾਨੂੰ ਖੁਸ਼ੀ ਹੋਊ ਜੀ, ਅਸੀਂ ਸਰਦਾਰ ਭਗਵੰਤ ਸਿੰਘ ਮਾਨ ਨੂੰ ਵਧਾਈ ਦੇਵਾਂਗੇ। ਪਰ ਜਿਨ੍ਹਾਂ ਲੋਕਾਂ ਦੀ ਲੋੜ ਹੈ ਤੁਸੀਂ ਜੇ ਉਹੀ ਘਟਾਈ ਜਾਓਗੇ ਤਾਂ ਫਿਰ ਤਾਂ ਗੱਲ ਗੜਬੜ ਹੈ, ਉਹ ਨਹੀਂ ਚਾਹੀਦਾ। ਸੋ ਇੱਥੇ ਚਾਹੀਦਾ ਸੀ ਕਿ ਜਿਹੜੀਆਂ ਤੁਸੀਂ ਪੋਸਟਾਂ ਵੱਧ ਦਿਓ ਹੋਰ ਜੀ, ਕਿਉਂਕਿ ਜਿੰਨੀਆਂ ਪੋਸਟਾਂ ਵੱਧ ਹੋਣਗੀਆਂ, ਜਿੰਨਾ ਉਹ ਰਿਲੈਕਸ ਹੋ ਕੇ ਕੰਮ ਕਰਨਗੇ, ਓਨਾ ਹੀ ਜਿਹੜਾ ਹੈਗਾ ਲੋਕਾਂ ਦੀ ਤਸੱਲੀ ਹੋਊਗੀ। ਸੋ ਕਿਹਾ ਤਾਂ ਬਹੁਤ ਕੁਝ ਸੀ ਕਿ ਅਸੀਂ ਆਹ ਕਰ ਦਿਆਂਗੇ, ਲੇਕਿਨ ਹਕੀਕਤ ਜਿਹੜੀ ਹੈ ਕਿਉਂਕਿ ਹੁਣ ਇਹ ਸੱਤਾ 'ਚ ਹੈ, ਹੁਣ ਪਤਾ ਵੀ ਸਾਡੇ ਕੋਲ ਤਾਂ ਪੈਸਾ ਹੈ, ਪੈਸੇ ਵਾਲੀ ਗੱਲ ਕੀ ਕਰਾਂਗੇ। ਹੁਣ ਤੁਸੀਂ ਇੱਕ ਗੱਲ ਹੋਰ ਦੇਖ ਲਓ ਜੀ ਕਿ ਕਹਿੰਦੇ ਜੀ ਅਸੀਂ ਮੁਹੱਲਾ ਕਲੀਨਿਕ ਖੋਲ੍ਹਣੇ, ਮੁਹੱਲਾ ਕਲੀਨਿਕ ਖੋਲ੍ਹਣ ਦੀਆਂ ਗੱਲਾਂ ਕਰ ਰਹੀਆਂ ਤੇ ਜਿਹੜੇ ਸਾਡੇ ਹਸਪਤਾਲ ਚੱਲਦੇ ਹੈ ਉਹਨਾਂ ਹਸਪਤਾਲਾਂ ਦੇ ਵਿੱਚ ਲੋਕਾਂ ਨੂੰ ਇਲਾਜ ਤੋਂ ਜਵਾਬ ਮਿਲ ਰਿਹਾ। ਬਿਲਕੁਲ। ਅੱਜ ਇੱਕ ਖਬਰ ਲੱਗੀ ਹੈ ਜਿਹੜੀ ਤੁਹਾਡੀ ਸੰਗਰੂਰ ਬਰਨਾਲੇ ਦੀ, ਸੰਗਰੂਰ ਬਰਨਾਲੇ ਦੇ ਵਿੱਚ ਜਿਨ੍ਹਾਂ ਲੋਕਾਂ ਨੇ ਗੋਡੇ ਰੀਪਲੇਸ ਕਰਾਉਣੇ ਹੈ, ਚੂਲਾ ਰੀਪਲੇਸ ਕਰਾਉਣਾ ਹੈ, ਉਹ ਕੰਧਾਂ 'ਚ ਟੱਕਰਾਂ ਮਾਰਦੇ ਫਿਰਦੇ ਆ। ਡਾਕਟਰਾਂ ਨੇ, ਸਰਕਾਰੀ ਹਸਪਤਾਲਾਂ ਨੇ ਵੀ ਜਵਾਬ ਦਿੱਤਾ। ਉਹ ਦੂਜਾ ਸਧਾਰਨ, ਉਹ ਤਾਂ ਵੱਡੇ ਆਪਰੇਸ਼ਨ ਹੈ ਜੀ, ਜਿਹੜੇ ਸਧਾਰਨ ਇਲਾਜ ਨਹੀਂ ਹੁੰਦੇ ਐਕਸੀਡੈਂਟਡ ਦੇ। ਦੱਸੋ, ਉਹੀ ਹੈ ਨਾ ਕਿ ਉਹਨਾਂ ਦੇ ਕੋਲੇ ਜਿਹੜੀ ਉਹ ਆਪਣਾ ਥੋੜਾ ਆਯੁਸ਼ਮਾਨ ਵਾਲਾ ਕਾਰਡ ਸੀ, ਉਹ ਚੱਲਣੇ ਬੰਦ ਹੋ ਗਏ। ਇੱਥੋਂ ਤੱਕ ਕਿ ਪੀਜੀਆਈ ਨੇ ਵੀ ਜਵਾਬ ਦਿੱਤਾ। ਪ੍ਰਾਈਵੇਟ ਹਸਪਤਾਲਾਂ ਵਾਲਿਆਂ ਨੇ ਤਾਂ ਜਵਾਬ ਦੇਣਾ ਹੀ ਦੇਣਾ। ਜੇ ਸਰਕਾਰੀ ਹਸਪਤਾਲ ਵੀ ਜਵਾਬ ਦੇਈ ਜਾਂਦੇ ਹੈ, ਸਰਕਾਰੀ ਹਸਪਤਾਲ ਜਵਾਬ ਦੇਈ ਜਾਂਦੇ ਆ ਲੋਕਾਂ ਨੂੰ ਇਲਾਜ ਤੋਂ, ਤੇ ਤੁਸੀਂ ਗੱਲ ਕਰੀ ਜਾਂਦੇ ਹੋ ਜੀ ਅਸੀਂ 117 ਜਿਹੜੇ ਹੈਗੇ ਆ ਮੁਹੱਲਾ ਕਲੀਨਿਕ ਖੋਲਾਂਗੇ। ਉਲਟੇ ਬਾਸ ਬਰੇਲੀ, ਕਿੱਧਰ ਨੂੰ ਗੱਲ ਜਾ ਰਹੀ ਹੈ ਜੀ? ਤੇ ਕੀ ਲੱਗਦਾ ਜੀ ਫਿਰ ਸੋਨੀਆ ਗਾਂਧੀ ਤੇ ਮਾਂ ਪੁੱਤ ਨੂੰ ਦਾਲ ਪਿਆਉਣਗੇ? ਦੇਖੋ ਜਾਂ ਕੋਸ਼ਿਸ਼ ਜਾਰੀ ਹੈ, ਕਿਉਂਕਿ ਸੋਨੀਆ ਗਾਂਧੀ ਦੀ ਪੁੱਛ ਪੜਤਾਲ ਕਰ ਲਈ ਈਡੀ ਨੇ, ਇਸੇ ਤਰੀਕੇ ਨਾਲ ਰਾਹੁਲ ਗਾਂਧੀ ਦੀ ਵੀ ਪੁੱਛ ਪੜਤਾਲ ਕਰ ਲਈ ਹੈ। ਅੱਜ ਕਹਿੰਦੇ ਪਾਰਲੀਮੈਂਟ ਦੇ ਵਿੱਚ ਵੀ ਰੌਲਾ ਪੈ ਗਿਆ। ਮਲਕ ਅਰਜੁਨ ਖੜਗੇ ਜਿਹੜੇ ਰਾਜ ਸਭਾ ਦੇ ਵਿੱਚ ਵਿਰੋਧੀ ਧਿਰ ਦੇ ਆਗੂ ਹੈ, ਉਹਨਾਂ ਨੂੰ ਵੀ ਸੰਮਣ ਭੇਜਤੇ ਜੀ ਤੁਸੀਂ ਆਓ। ਉਹਨੇ ਰੌਲਾ ਪਾਇਆ ਪਾਰਲੀਮੈਂਟ ਦੇ ਵਿੱਚ। ਉਹ ਕਹਿੰਦੇ ਪਾਰਲੀਮੈਂਟ ਦਾ ਸੈਸ਼ਨ ਚੱਲਦਾ ਹੈ, ਕਿਸੇ ਮੈਂਬਰ ਪਾਰਲੀਮੈਂਟ ਵਾਸਤੇ ਸੈਸ਼ਨ 'ਚ ਹਿੱਸਾ ਲੈਣਾ ਜ਼ਰੂਰੀ ਹੈ ਜੀ। ਉਹਨੂੰ ਸੰਮਣ ਕਿਵੇਂ ਕੀਤਾ ਜਾ ਸਕਦਾ ਕਿ ਤੂੰ ਅੱਜ ਹੀ ਆ? ਇਹ ਗੱਲ ਠੀਕ ਨਹੀਂ। ਕੱਲ ਹੀ ਸ਼ਾਮ ਨੂੰ ਇਹ ਖਬਰਾਂ ਆ ਗਈਆਂ ਸੀ ਕਿ ਕਾਂਗਰਸ ਪਾਰਟੀ ਦੇ ਦਫ਼ਤਰ ਦੇ ਆਲੇ ਦੁਆਲੇ ਕਾਫੀ ਤਾਦਾਦ ਦੇ ਵਿੱਚ ਫੋਰਸ ਤਾਇਨਾਤ ਕਰਤੀ ਹੈ। ਫਿਰ ਅਗਲੀ ਖਬਰ ਇਹ ਆ ਗਈ ਕਿ ਸੋਨੀਆ ਗਾਂਧੀ ਦੀ ਰਿਹਾਇਸ਼ ਤੇ ਆਲੇ ਦੁਆਲੇ ਵੀ ਫੋਰਸ ਤਾਇਨਾਤ ਕਰ ਦਿੱਤੀ ਹੈ। ਰਾਹੁਲ ਗਾਂਧੀ ਸ਼ਾਇਦ ਬਾਹਰ ਸੀ ਤੇ ਉਦੋਂ ਫਿਰ ਇਹ ਗੱਲ ਹੋ ਗਈ ਸੀ ਕਿ ਇਹਨਾਂ ਦੀ ਗ੍ਰਿਫਤਾਰੀ ਹੋਊਗੀ। ਔਰ ਰਾਹੁਲ ਗਾਂਧੀ ਨੇ ਫਿਰ ਆਪਣਾ ਪ੍ਰੋਗਰਾਮ ਵਿੱਚ ਛੱਡਿਆ ਤੇ ਉਹ ਆ ਗਿਆ, ਆ ਕੇ ਉਹਨੇ ਟਵੀਟ ਕੀਤਾ ਹੈ। ਉਹ ਕਹਿੰਦਾ ਵੀ ਮੋਦੀ ਜੀ ਨੇ ਜੋ ਕਰਨਾ ਕਰ ਲਈ, ਮੈਂ ਬਿਲਕੁਲ ਨਹੀਂ ਡਰਦਾ, ਅਸੀਂ ਲੜਾਈ ਲੜਾਂਗੇ, ਸੰਵਿਧਾਨ ਨੂੰ ਬਚਾਵਾਂਗੇ। ਇੱਥੇ ਸੰਵਿਧਾਨ ਨੂੰ ਤਹਿਸ ਨਹਿਸ ਕੀਤਾ ਜਾ ਰਿਹਾ। ਵੈਸੇ ਮੈਂ ਜਿਹੜਾ ਰਾਹੁਲ ਗਾਂਧੀ ਕੋਈ ਇੰਨਾ ਬਹੁਤਾ ਸਿਆਣਾ ਬੰਦਾ ਨਹੀਂ, ਕਿਉਂਕਿ ਆਪਦੀ ਪਾਰਟੀ ਦਾ ਨੁਕਸਾਨ ਆਪ ਕਰ ਰਿਹਾ। ਲੇਕਿਨ ਜੀ ਇੱਕ ਗੱਲ ਦਾਨੇਵਾਲੀਆ ਸਾਹਿਬ ਮੰਨਣੀ ਪੈਣੀ ਹੈ ਕਿ ਵਿਚਾਰਧਾਰਕ ਤੌਰ ਤੇ ਮੇਰਾ ਖਿਆਲ ਹੈ ਕਾਂਗਰਸ ਪਾਰਟੀ ਦੇ ਕਿਸੇ ਵੀ ਲੀਡਰ ਦੇ ਵਿੱਚ ਉਨੀ ਕਲੈਰਿਟੀ ਨਹੀਂ ਜਿੰਨੀ ਉਹਦੇ ਵਿੱਚ ਕਲੈਰਿਟੀ। ਉਹ ਆਰਐਸਐਸ ਔਰ ਮੋਦੀ ਸਰਕਾਰ ਨੂੰ ਜਿਸ ਢੰਗ ਦੇ ਨਾਲ ਪੈਂਦਾ ਉਹ ਹੈ ਜੀ। ਸੋ ਤਿਆਰੀਆਂ ਇਹਨਾਂ ਦੀਆਂ ਕੀਤੀਆਂ ਜਾ ਰਹੀਆਂ ਇਹਨਾਂ ਵੱਲੋਂ। ਹੋ ਸਕਦਾ ਕਿ ਗੱਲ ਹੋ ਜਾਏ ਆਉਣ ਵਾਲੇ ਦਿਨਾਂ ਦੇ ਵਿੱਚ, ਪਰ ਕਿਉਂਕਿ ਕਾਂਗਰਸ ਪਾਰਟੀ ਦਾ ਅਧਿਕਾਰਤ ਬਿਆਨਾ ਹੈ ਜੀ, ਉਹ ਸ਼ਾਇਦ ਅਗਲੇ ਦਿਨਾਂ ਦੇ ਵਿੱਚ ਇੱਕ ਮਹਿੰਗਾਈ ਵਿਰੋਧੀ ਵੱਡੀ ਰੈਲੀ ਕਰ ਰਹੇ। ਉਹ ਕਹਿੰਦੇ ਵੀ ਉਸ ਰੈਲੀ ਨੂੰ ਅਸਫਲ ਬਣਾਉਣ ਵਾਸਤੇ ਵੀ ਇਹ ਸਾਰਾ ਕੁਝ ਕੀਤਾ ਜਾ ਰਿਹਾ ਹੈ ਜੀ। ਦੂਜੇ ਪਾਸੇ ਧੱਕੇ ਧੁੱਕੇ ਖਾਣ ਤੋਂ ਬਾਅਦ ਆਪੋਜੀਸ਼ਨ ਨੂੰ ਵੀ ਅਕਲ ਆ ਰਹੀ ਹੈ ਕਿ ਆਪੋਜੀਸ਼ਨ ਯੂਨਿਟੀ ਕਰੀਏ ਤੇ ਆਪਾਂ ਇਹਨਾਂ ਦਾ ਮੁਕਾਬਲਾ ਕਰੀਏ। ਔਰ ਇਹ ਗੱਲਾਂ ਵੀ ਤੇ ਕੱਲ ਜੋ ਇਹ ਸਾਰਾ ਕੁਝ ਹੋਇਆ ਉਹ ਤੋਂ ਬਾਅਦ ਫਿਰ ਦਾਨੇਵਾਲੀਆ ਸਾਹਿਬ ਇੱਕ ਸਟੇਟਮੈਂਟ ਆਉਂਦੀ ਹੈ ਜੀ
ਆਪੋਜੀਸ਼ਨ ਨਾਲ ਸੰਬੰਧਿਤ 17 ਪੋਲੀਟੀਕਲ ਪਾਰਟੀਆਂ ਦੀ। ਜੀ ਉਹਨਾਂ ਨੇ ਕਿਹਾ ਕਿ ਜਿਹੜੀ ਪਿਛਲੇ ਦਿਨਾਂ ਦੇ ਵਿੱਚ ਇਹ ਜਿਹੜਾ ਕਾਨੂੰਨ ਹੈ ਨਾ PMLA, ਅੱਛਾ ਜੀ, ਜਿਹਦੇ ਰਾਹੀਂ ED ਵਾਲਾ ਕਾਨੂੰਨ ਹੈ, ਹੂੰ ਇਹ 2002 ਦੇ ਵਿੱਚ ਬਣਿਆ ਸੀ। ਅੱਛਾ ਜੀ, ਇਸ ਕਾਨੂੰਨ ਦੇ ਵਿੱਚ ਪ੍ਰਬੰਧ ਇਹ ਕੀਤਾ ਹੋਇਆ ਸੀ ਹੂੰ ਕਿ ਕਿਸੇ ਵੀ ਬੰਦੇ ਨੂੰ ਜਦੋਂ ਤੁਸੀਂ ਗ੍ਰਿਫਤਾਰ ਕਰਨਾ ਹੈ, ਜੀ, ਉਹਨੂੰ ਗ੍ਰਿਫਤਾਰ ਕਰ ਸਕਦੇ ਹੋ ਤੇ ਉਹਨੂੰ ਛੇਤੀ ਕੀਤੇ ਜ਼ਮਾਨਤ ਨਹੀਂ ਮਿਲ ਸਕਦੀ। ਹੂੰ ਇਹ ਉਸ ਵੇਲੇ ਕਰਤਾ ਸੀ। ਜੀ, ਲੇਕਿਨ 2007 ਸੁੱਤ ਦੇ ਨੇੜੇ ਆ ਕੇ ਹੂੰ ਕੋਈ ਸੁਪਰੀਮ ਕੋਰਟ ਦੇ ਵਿੱਚ ਪਟੀਸ਼ਨ ਗਈ ਸੀ। ਜੀ, ਉੱਥੇ ਸੁਪਰੀਮ ਕੋਰਟ ਨੇ ਫਿਰ ਉਹਦੇ ਤੇ ਇਹਦੇ ਖਿਲਾਫ ਫੈਸਲਾ ਦਿੱਤਾ ਸੀ ਹੂੰ ਕਿ ਹਰ ਬੰਦੇ ਨੂੰ ਜਿਹੜੀ ਹੈ ਜ਼ਮਾਨਤ, ਜਿਵੇਂ ਪਹਿਲਾਂ ਪਿਛਲੇ ਵੀ ਜ਼ਮਾਨਤ ਜਿਹੜੀ ਜੇਲ੍ਹ ਹੈ ਜੀ, ਉਹ ਅਪਵਾਦ ਹੈ ਹੂੰ। ਤੇ ਜ਼ਮਾਨਤ ਰਾਈਟ ਹੈ, ਜੀ, ਵੀ ਉਹਨੂੰ ਜ਼ਮਾਨਤ ਮਿਲਣੀ ਚਾਹੀਦੀ ਹੈ। 2019 ਦੇ ਵਿੱਚ ਹੂੰ ਫਿਰ ਇਸ ਕੇਸ ਦੇ ਵਿੱਚ ਅਮੈਂਡਮੈਂਟ ਕਰਤੀ ਜੀ, ਔਰ ਉਹ ਅਮੈਂਡਮੈਂਟ ਕਰਕੇ ਉਹੀ ਪੁਰਾਣੀ ਗੱਲ ਫਿਰ ਲੈ ਆਂਦੀ। ਅੱਛਾ ਜੀ, ਉਹਦੇ ਰਾਹੀਂ ਇਹ ਗੱਲ ਕਹਿ ਦਿੱਤੀ ਕਿ ਕਿਸੇ ਵੀ ਬੰਦੇ ਨੂੰ ਹੂੰ ਗ੍ਰਿਫਤਾਰ ਕੀਤਾ ਜਾ ਸਕਦਾ ਤੇ ਉਹਨੂੰ ਗ੍ਰਿਫਤਾਰ ਕਰਕੇ ਦੱਸਿਆ ਜਾ ਸਕਦਾ ਕਿ ਤੈਨੂੰ ਫਲਾਣੇ ਕੇਸ ਗ੍ਰਿਫਤਾਰ ਕੀਤਾ ਹੈ, ਜੀ, ਪਹਿਲਾਂ ਨਹੀਂ ਦੱਸਿਆ ਜਾ ਸਕਦਾ। ਜੇ ਜ਼ਮਾਨਤ ਵਾਸਤੇ ਤੁਸੀਂ ਅਪਲਾਈ ਕਰੋਗੇ ਹੂੰ ਤਾਂ ਇਹ ਜ਼ਰੂਰੀ ਹੈ ਜੀ, ਕਿ ਸਰਕਾਰੀ ਵਕੀਲ ਜਿਹੜਾ ਹੈਗਾ ਉੱਥੇ ਮੌਜੂਦ ਹੋਵੇ ਹੂੰ ਸੁਣਵਾਈ ਵੇਲੇ। ਜੇ ਸਰਕਾਰੀ ਵਕੀਲ ਮੌਜੂਦ ਨਹੀਂ ਤਾਂ ਤੁਹਾਡੀ ਬੇਲ ਐਪਲੀਕੇਸ਼ਨ ਦੇ ਉੱਤੇ ਸੁਣਵਾਈ ਨਹੀਂ ਹੋਣੀ। ਸਰਕਾਰੀ ਵਕੀਲ 6 ਮਹੀਨੇ ਨੇ ਤਾਂ 6 ਮਹੀਨੇ ਸੁਣਵਾਈ ਨਹੀਂ ਹੋਊਗੀ। ਜੀ, ਅਗਲੀ ਗੱਲ ਇਹ ਹੈ ਕਿ ਜੇ ਜ਼ਮਾਨਤ ਦੇਣੀ ਵੀ ਹੈ ਹੂੰ ਤਾਂ ਜੱਜ ਸਾਹਿਬ ਡਿਊਟੀ ਬਾਉਂਡ ਹੈ। ਜੀ, ਉਹਨਾਂ ਨੂੰ ਇਹ ਤਸੱਲੀ ਦੇਣੀ ਪੈਣੀ ਹੈ, ਤਸੱਲੀ ਕਰਨੀ ਪੈਣੀ ਹੈ ਕਿ ਇਹ ਬੰਦਾ ਗਵਾਹਾਂ ਨੂੰ ਸਬੂਤਾਂ ਦੇ ਨਾਲ ਛੇੜਛਾੜ ਨਹੀਂ ਕਰੂਗਾ। ਜੀ, ਅਜਿਹੇ ਹਾਲਾਤਾਂ ਦੇ ਵਿੱਚ ਕਿਹੜੇ ਜੱਜ ਸਾਹਿਬ ਜਿਹੜੇ ਹੈਗੇ ਆ ਉਹ ਦੇਣਗੇ। ਹੂੰ ਇਹਦੇ ਤੇ 250 ਪਟੀਸ਼ਨ ਗਈ ਸੀ ਸੁਪਰੀਮ ਕੋਰਟ 'ਚ। ਅੱਛਾ ਜੀ, ਜਸਟਿਸ ਖਾਨਲਵਕਾਰ ਹੂੰ ਉਹਨਾਂ ਨੇ ਰਿਟਾਇਰ ਹੋਣਾ, ਸ਼ਾਇਦ ਰਿਟਾਇਰ ਹੋ ਵੀ ਗਏ ਹੋਣ। ਜੀ, ਉਹਨਾਂ ਨੇ ਜਾਂਦਿਆਂ ਹੂੰ ਇਹ ਕਹਿਤਾ ਜੀ ਤਾਂ ਕਾਨੂੰਨ ਜਿਹੜਾ ਠੀਕ ਹੈ ਹੂੰ। ਤੇ ਬਹੁਤ ਵਧੀਆ ਹੈ। ਅਸਲ ਦੇ ਵਿੱਚ ਜਿਹੜਾ ਕਾਨੂੰਨ ਹੈ, ਜੀ, ਜਿਹੜਾ ਪਾਰਲੀਮੈਂਟ ਦੇ ਵਿੱਚ ਅਮੈਂਡਮੈਂਟ ਹੋਈ ਹੈ, ਉਹ ਅਮੈਂਡਮੈਂਟ ਹੀ ਗੈਰ ਕਾਨੂੰਨੀ ਹੈ। ਹੂੰ ਕਿਉਂਕਿ ਇਹ ਕਾਨੂੰਨ ਜਿਹੜਾ ਹੈਗਾ ਸਿੱਧਾ, ਇਹਨੂੰ ਆਪਾਂ ਮਨੀ ਬਿੱਲ ਨਹੀਂ ਕਹਿ ਸਕਦੇ, ਅੱਛਾ ਜੀ, ਇਹ ਵਿੱਤੀ ਬਿੱਲ ਨਹੀਂ ਹੈਗਾ। ਹੂੰ ਇਹ ਤਾਂ ਸਿੱਧਾ ਜਿਹੜਾ ਹੈਗਾ ਕਿਸੇ ਕ੍ਰਾਈਮ ਨਾਲ ਨਜਿੱਠਣ ਵਾਲਾ ਬਿੱਲ ਹੈ। ਜੀ, ਕਿਉਂਕਿ ਜਿਹੜਾ ਕ੍ਰਾਈਮ ਨਾਲ ਨਜਿੱਠਣ ਵਾਲਾ ਕੋਈ ਵੀ ਬਿੱਲ ਜਦੋਂ ਆਪਾਂ ਪੇਸ਼ ਕਰਦੇ ਹਾਂ, ਹੂੰ ਉਹ ਬਿੱਲ ਪਹਿਲਾਂ ਲੋਕ ਸਭਾ 'ਚੋਂ ਪਾਸ ਹੁੰਦਾ ਹੈ, ਜੀ, ਫਿਰ ਉਹ ਰਾਜ ਸਭਾ 'ਚੋਂ ਪਾਸ ਕਰਵਾਉਣਾ ਜ਼ਰੂਰੀ ਹੈ ਤੇ ਫਿਰ ਰਾਸ਼ਟਰਪਤੀ ਉਹਨੂੰ ਪ੍ਰਵਾਨਗੀ ਦਿੰਦਾ ਹੈ। ਹੂੰ ਲੇਕਿਨ ਜਿਹੜਾ ਮਨੀ ਬਿੱਲ ਹੈ ਜੀ, ਜਾਂ ਜਿਹੜਾ ਵਿੱਤ ਬਿੱਲ ਹੈ, ਵਿੱਤ ਬਿੱਲ ਨੂੰ ਤੁਸੀਂ ਲੋਕ ਸਭਾ ਤੋਂ ਪਾਸ ਕਰਵਾ ਕੇ ਹੀ ਜੋੜ ਦਿੰਦੇ ਹੋ। ਹੂੰ ਆ ਤੁਸੀਂ ਦੇਖਿਆ ਹੋਣਾ ਜਿਹੜਾ ਆਪਣਾ ਖੇਤੀ ਵਾਲੇ ਕਾਨੂੰਨ ਸੀ, ਜੀ, ਖੇਤੀ ਵਾਲੇ ਕਾਨੂੰਨਾਂ ਨੂੰ ਵੀ ਕਿਉਂਕਿ ਐਗਰੀਕਲਚਰ ਸਟੇਟ ਸਬਜੈਕਟ ਹੈ, ਹੂੰ ਐਗਰੀਕਲਚਰ ਦੀ ਬਜਾਏ ਉਹਨਾਂ ਨੂੰ ਕਮਰਸ ਦੇ ਵਿੱਚ ਪਾ ਕੇ ਕਰਤਾ ਸੀ। ਜੀ, ਹਾਂਜੀ, ਬਿਲਕੁਲ ਉਸੇ ਤਰ੍ਹਾਂ ਕੀਤਾ ਸੀ ਤੇ 250 ਬੰਦੇ ਨੇ ਚੁਣੌਤੀ ਦਿੱਤੀ ਸੀ ਕਿ ਇਹ ਜਿਹੜਾ ਬਿੱਲ ਹੈ ਇਹ ਸੰਵਿਧਾਨ ਦੀ ਮੂਲ ਭਾਵਨਾ ਦੇ ਉਲਟ ਹੈ। ਉਲਟਾ ਜੀ, ਉਹ ਚਾਹੀਦਾ ਤੇ ਇਹ ਸੀ ਕਿ ਇਹਨੂੰ ਰੱਦ ਕਰਨਾ ਚਾਹੀਦਾ ਸੀ, ਹੂੰ ਲੇਕਿਨ ਖਾਨਵਿਲਕਰ ਸਾਹਿਬ ਨੇ ਰੱਦ ਨਹੀਂ ਕੀਤਾ। ਉਹਨਾਂ ਨੇ ਇਹ ਮੋਹਰ ਲਾਤੀ ਵੀ ਇਹ ਹੈ। ਜੀ, 17 ਪੋਲੀਟੀਕਲ ਪਾਰਟੀਆਂ ਨੇ ਜਿਹੜੀ ਹੁਣ ਸਟੇਟਮੈਂਟ ਦਿੱਤੀ ਹੈ ਉਹਦੇ ਵਿੱਚ ਉਹਨਾਂ ਨੇ ਕਿਹਾ ਕਿ ਇਹ ਜੋ ਕੁਝ ਕੀਤਾ ਹੈ ਹੂੰ ਅਸੀਂ ਇਹਦੇ ਨਾਲ ਸਹਿਮਤ ਨਹੀਂ, ਜੀ, ਅਦਾਲਤਾਂ ਦਾ ਸਤਿਕਾਰ ਕਰਦੇ ਹਾਂ, ਲੇਕਿਨ ਆ ਜਿਹੜਾ ਹੈਗਾ ਸਾਨੂੰ ਇਹ ਪ੍ਰਵਾਨ ਨਹੀਂ ਇਹ ਫੈਸਲਾ। ਔਰ ਇਹਦੇ ਤੇ ਸੁਪਰੀਮ ਕੋਰਟ ਰਿਵਿਊ ਕਰੇ ਹੂੰ ਕਿਉਂਕਿ ਇਹ ਜਿਹੜਾ PMLA ਕਾਨੂੰਨ ਹੈ ਜੀ, ਇਹ ਤਾਂ ਜੀ ਥੋੜਾ CBI ਨਾਲੋਂ ਤੇ ਇਨਕਮ ਟੈਕਸ ਨਾਲੋਂ ਤੇ ਤੁਹਾਡਾ ਸਾਰਿਆਂ ਨਾਲ ਉੱਤੋਂ ਦੀ ਚਲਾ ਗਿਆ। ਕਿਉਂਕਿ ਜਿਹਨੂੰ ਮਰਜ਼ੀ ਹੈ ਫੜ ਲਓ, ਜੀ, ਫੜ ਕੇ ਤੇ ਫਿਰ ਉਹਨੂੰ ਸਾਲ ਮਹੀਨੇ 6 ਮਹੀਨੇ ਜਿੰਨੀ ਦੇਰ ਸਰਕਾਰ ਦੀ ਮਰਜ਼ੀ ਅੰਦਰ ਰੱਖ ਲਓ। ਅਗਾਂਹ 2024 ਚ ਆ ਰਹੀਆਂ ਚੋਣਾਂ। ਜੀ, ਅੱਜ ਜੇ ਰਾਹੁਲ ਗਾਂਧੀ ਦੀ ਗ੍ਰਿਫਤਾਰੀ ਹੋ ਜਾਂਦੀ ਹੈ, ਸੋਨੀਆ ਗਾਂਧੀ ਦੀ ਗ੍ਰਿਫਤਾਰੀ ਹੋ ਜਾਂਦੀ ਹੈ, ਅਸੀਂ ਇਹ ਨਹੀਂ ਕਹਿੰਦੇ ਕਿ ਉਹਨਾਂ ਨੇ ਕੋਈ ਪਾਪ ਨਹੀਂ ਕੀਤਾ, ਉਹਨਾਂ ਜ਼ਰੂਰ ਕੀਤਾ ਹੋਊਗਾ, ਕੀਤਾ ਹੋਊਗਾ। ਲੇਕਿਨ ਜਿਸ ਢੰਗ ਦੇ ਨਾਲ ਲੋਕਤੰਤਰ ਦੇ ਵਿੱਚ ਭਾਗ ਲੈਣ ਤੋਂ ਉਹਨਾਂ ਨੂੰ ਜਾਂ ਉਹਨਾਂ 'ਚ ਪੂਰੀ ਤਰ੍ਹਾਂ ਪਾਰਟਿਸਿਪੇਟ ਕਰਨ ਤੋਂ ਰੋਕਿਆ ਜਾ ਰਿਹਾ ਹੈ, ਇਹਨੂੰ ਅਸੀਂ ਕਹਾਂਗੇ ਇਹ ਸੰਵਿਧਾਨ ਦੇ ਅਨੁਕੂਲ ਨਹੀਂ। ਜੀ, ਇਹੀ ਕਾਰਨ ਉਹਨਾਂ ਨੇ ਸਟੇਟਮੈਂਟ ਦਿੱਤੀ ਹੈ। ਸੋ ਜਿਹੜੀ ਸਟੇਟਮੈਂਟ ਉਹਨਾਂ ਨੇ ਦਿੱਤੀ ਵੀ ਹੈ ਤਾਂ ਉਹ ਕਹਿੰਦੇ ਵੀ ਥੋੜਾ ਜਿਹਾ ਫਰਕ ਪਿਆ ਹੈ। ਪਰ ਅੱਜ ਦੇਖਦੇ ਹਾਂ ਜਿਵੇਂ ਰਾਹੁਲ ਗਾਂਧੀ ਦੀ ਸਟੇਟਮੈਂਟ ਆਉਂਦੀ ਹੈ, ਅੱਗੇ ਕੀ ਬਿਆਨ ਆਉਂਦਾ ਹੈ। ਵੈਸੇ ਕਹਿੰਦੇ ਸੰਬਤ ਪਾਤਰਾ ਨੇ ਕਹਿਤਾ ਭੱਜਣ ਨਹੀਂ ਦੇਵਾਂਗੇ, ਜੀ, 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 ਅਸੀਂ ਕੁਝ ਕਰਾਂਗੇ ਜੀ। ਸੋ ਸ਼ੁਕਰੀਆ ਜੀ ਢਿੱਲੋਂ ਸਾਹਿਬ, ਮਿਹਰਬਾਨੀ। ਤੇ ਫਿਲਹਾਲ ਇੱਕ ਬ੍ਰੇਕ ਦਾ ਸਮਾਂ, ਤੇ ਬ੍ਰੇਕ ਤੋਂ ਬਾਅਦ ਫਿਰ ਹਾਜ਼ਰ ਹੁੰਨੇ ਆ। ਸੋ ਜੁੜੇ ਰਹੋ ਰੇਡੀਓ ਪੰਜਾਬ ਟੁਡੇ ਦੇ ਨਾਲ।